परम सम्मान योग सत्कार योग गुरु सवारे गुरु प्यारे गुरु का खास रूप खालसा साध संगत जीओ। सतगुरां दी अत्यंत बख्शिश दे सदका ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰ ਅੰਮ੍ਰਿਤ ਕੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕੇ ਸਤਿਗੁਰਾਂ ਦੇ ਧੁਰ ਦਰਗਾਹੀ ਬਚਨਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਮਹਾਰਾਜ ਦੀਨ ਦੁਨੀ ਦੇ ਮਾਲਕ ਕਲਯੁਗ ਜੀਵਾਂ ਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਧੁਰ ਦਰਗਾਹੀ ਬਚਨਾਂ ਦਾ ਅੰਮ੍ਰਿਤਮਈ ਜਲ ਛਿੜਕ ਕੇ ਠੰਡੇ ਠਾਰ ਕਰਦੇ ਨੇ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਕਿਰਪਾਲਤਾ ਕਰਦਿਆਂ ਹੋਇਆਂ ਚੱਲ ਰਹੀ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦੀ ਲੜੀਵਾਰ ਕਥਾ ਦੇ ਦੁਆਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 1382 ਅੰਗ ਤੋਂ ਸਾਹਿਬ ਬਾਬਾ ਫਰੀਦ ਜੀ ਮਹਾਰਾਜ ਤਿੰਨਾਂ ਦੀ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬਚਨ ਜੋ ਸ਼ਲੋਕਾਂ ਦੁਆਰਾ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸੰਸਾਰ ਦੇ ਜੀਵਾਂ ਦੇ ਉੱਪਰ ਮਿਹਰਬਾਨੀ ਕਰਦਿਆਂ ਹੋਇਆਂ ਸੰਸਾਰ ਦੇ ਜੀਵਾਂ ਨੂੰ ਮਲਾਪ ਦਾ ਰਸਤਾ ਬਖਸ਼ਿਆ। ਨਿਰੰਕਾਰ ਦੇ ਨਾਲੋਂ ਵਿਛੜਿਆਂ ਸਾਡਾ ਮਲਾਪ ਕਿਵੇਂ ਹੋਵੇ। ਫਿਰ ਪਰਮ ਪਿਤਾ ਪਰਮਾਤਮਾ ਨੇ ਇਹ ਵਿਛੜੇ ਹੋਏ ਜੀਵਾਂ ਨੂੰ ਮਿਲਾਉਣ ਵਾਸਤੇ ਇੱਕ ਮੇਕਤਾ ਹਾਸਲ ਕਰਨ ਵਾਸਤੇ ਟੁੱਟੀ ਸੁਰਤ ਨੂੰ ਜੋੜਨ ਵਾਸਤੇ ਮਹਾਰਾਜ ਦਿਆਲੂ ਕਿਰਪਾਲੂ ਪ੍ਰਭੂ ਜੀ ਨੇ ਸਿੱਖਿਆ ਦਾ ਇੱਕ ਬਚਨ ਕਹਿ ਮਿਲਿਆ ਕਿਵੇਂ ਜਾਣਾ ਹੈ। ਜੋ ਗੱਲ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਦੇ ਤਜਰਬੇ ਦੇ ਵਿੱਚ ਆਈ, ਜ਼ਿੰਦਗੀ ਦੇ ਵਿੱਚ ਆਈ, ਸਮਝ ਦੇ ਵਿੱਚ ਆਈ, ਪਰਮ ਪਿਤਾ ਪਰਮਾਤਮਾ ਦੇ ਕਈ ਬਚਨ ਸਰੋਤ ਵਿੱਚ ਆਏ ਔਰ ਉਹਨੂੰ ਅਨੁਭਵ ਦੇ ਵਿੱਚ ਲਿਆ ਕੇ ਜੀਵਨ ਵਿੱਚ ਕਮਾ ਕੇ ਉਸ ਮੰਜ਼ਲ 'ਤੇ ਪਹੁੰਚ ਕੇ ਫਿਰ ਸੰਸਾਰ ਦੇ ਲੋਕਾਂ ਨੂੰ ਦੱਸਣਾ ਕੀਤਾ ਰੱਬ ਜਿਹੜਾ, ਅੱਲਾ ਜਿਹੜਾ, ਖੁਦਾ ਜਿਹੜਾ, ਵਾਹਿਗੁਰੂ ਜਿਹੜਾ ਹੈ, ਆਹ ਬਚਨ ਕਹਿੰਦਾ ਜੇ ਤੁਸੀਂ ਇਹਨਾਂ ਨੂੰ ਕਮਾ ਲਵੋ ਤੇ ਮੈਂ ਇਹਨਾਂ ਨੂੰ ਕਮਾ ਕੇ ਦੇਖਿਆ ਜੇ ਉਸ ਮੰਜ਼ਲ 'ਤੇ ਪਹੁੰਚ ਜਾਵੋਗੇ। ਉਹ ਕਿਹੜੇ ਬਚਨ ਨੇ? ਅਕਾਲ ਪੁਰਖ ਵਾਹਿਗੁਰੂ ਇਹ ਕਹਿਣ ਲੱਗੇ ਤੂੰ ਮਤਾਂ ਕਹਿ ਮੈਂ ਫਲਾਨੀ ਥਾਂ 'ਤੇ ਜਾਵਾਂਗਾ, ਮੈਨੂੰ ਰੱਬ ਮਿਲ ਜਾਵੇਗਾ, ਮੈਨੂੰ ਸਾਫ ਸੁਥਰੀ ਬਣਾਵਾਂਗਾ। ਇਹ ਮਤਾਂ ਕਹਿ ਕੇ ਮੈਂ ਇਸ ਨਗਰ ਨੂੰ ਸਾਫ ਕਰ ਦੇਵਾਂਗਾ ਤੇ ਮੈਨੂੰ ਮਾਲਕ ਮਿਲ ਜਾਵੇਗਾ। ਕਹਿੰਦੇ ਵੀ ਤੇਰਾ ਅੰਦਾਜ਼ਾ ਗਲਤ ਹੋਵੇਗਾ। ਇਹ ਮਤਾਂ ਕਹਿ ਬਈ ਮੈਂ ਆਪਣੇ ਘਰ ਨੂੰ ਸਵਾਰਾਂ ਸੁਧਾਰਾਂ, ਮਹਾਰਾਜ ਕਹਿੰਦੇ ਬਈ ਇਹ ਵੀ ਤੇਰਾ ਅੰਦਾਜ਼ਾ ਕੁਝ ਹਿੱਸੇ ਗਲਤ ਹੋਵੇਗਾ। ਜਿਹੜੇ ਬਾਹਰੀ
ਤੂੰ ਕਰਨਾ ਕੀਏ ਘਰ ਸੁਧਾਰ, ਹਿਰਦੇ ਨੂੰ ਨਗਰ ਸੁਧਾਰ, ਆਪਣੇ ਤਨ ਨੂੰ। ਇਹਦੇ ਅੰਦਰ ਬਹੁਤ ਕੁਝ ਭਰਿਆ ਹੈ, ਜਿਹਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ। ਭਰਿਆ ਪਿਆ ਨਗਰ ਸਰੀਰ ਇਹਨਾਂ ਵਾਸ਼ਨਾਵਾਂ ਦੇ ਨਾਲ। ਤੇ ਹੁਣ ਇਹਦੇ ਵਿੱਚੋਂ ਇਹ ਕੂੜਾ ਕਰਕਟ, ਇਹ ਵਾਸ਼ਨਾਵਾਂ ਬਦ ਫੈਲੀਆਂ ਜਾਣ ਕਿਵੇਂ? ਮਹਾਰਾਜ ਕਹਿੰਦੇ ਫਿਰ ਮਿਲ ਸਾਧੂ, ਸਾਧ ਸੰਗਤ ਵਿੱਚ ਆਪ ਬਖਸ਼ੇ ਹੋਏ ਦੇ ਕੋਲ ਆ, ਮਿਲੇ ਹੋਏ ਦੇ ਕੋਲ ਆ, ਜਪੀ ਤਪੀ ਦੇ ਕੋਲ ਆ। ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਤਿਗੁਰੂ ਨੂੰ ਮਿਲ, ਬਖਸ਼ੇ ਹੋਏ ਨੂੰ ਮਿਲ, ਮਿਲੇ ਹੋਏ ਨੂੰ ਇਹਨਾਂ ਦੇ ਟੁਕੜੇ ਟੁਕੜੇ ਹੋ ਜਾਣਗੇ। ਆਪਣੇ ਘਰ ਨੂੰ ਹਿਰਦੇ ਨੂੰ ਸਾਫ਼ ਕਰ, ਸਵਾਰ। ਤੇ ਮਨੁੱਖ ਨੇ ਜਿਹੜੇ ਘਰ ਵਿੱਚ ਰਹਿਣਾ ਹੋਵੇ ਉਹਨੂੰ ਸਾਫ਼ ਸੁਥਰਾ ਕਰਦਾ ਹੈ ਨਾ। ਜਿੱਥੇ ਬਹਿਣਾ ਹੋਵੇ ਉਸ ਬਿਸਤਰ ਨੂੰ, ਮਹਾਰਾਜ ਕਹਿੰਦੇ ਜਿਹੜੇ ਸੇਜਾ ਤੇ ਅੰਦਰ ਪਰਮਾਤਮਾ ਨੇ ਆ ਕੇ ਬੈਠਣਾ ਹੈ ਉਹਨੂੰ ਸਵਾਰ ਸੁਧਾਰ, ਤਾਂ ਜਾ ਕੇ ਗੱਲ ਬਣਨੀ ਓ। ਤੂੰ ਦੂਜਿਆਂ ਨੂੰ ਸਵਾਰਦਾ ਰਿਹਾ, ਦੂਜਿਆਂ ਨੂੰ ਨਿਖਾਰਦਾ ਰਿਹਾ, ਦੂਜਿਆਂ ਨੂੰ ਦੱਸਦਾ ਫਿਰਿਆ। ਮਹਾਰਾਜ ਕਹਿੰਦੇ ਦੂਜਿਆਂ ਦੀ ਮੈਲ ਤੱਕਦਾ ਰਿਹਾ ਤੇ ਦੱਸਦਾ ਰਿਹਾ, ਆਪਣੀ ਮੈਲ ਨਾ ਦੇਖੀ, ਨਾ ਉਹਨੂੰ ਉਤਾਰਨ ਦਾ ਯਤਨ ਕੀਤਾ, ਨਾ ਤੇਰਾ ਮਿਲਾਪ ਹੋਇਆ। ਸਾਹਿਬ ਬਾਬਾ ਫਰੀਦ ਜੀ ਕਹਿੰਦੇ ਤਜਰਬੇ ਦੇ ਵਿੱਚੋਂ, ਆਪਣੇ ਜੀਵਨ ਦੇ ਝਰੋਖੇ ਦੇ ਵਿੱਚੋਂ ਬਚਨ ਕਹਿੰਦੇ ਨੇ, ਕਹਿ ਲੱਗੇ ਸਜਣਾ ਜੇ ਰੱਬ ਨੂੰ ਮਿਲਣਾ ਹੀ ਤੇ ਪਰਮਾਤਮਾ ਦੇ ਬੋਲ ਨੇ, ਪਰਮਾਤਮਾ ਅੰਦਰ ਵਸ ਗਿਆ। ਤਨ ਬਾਬਾ ਫਰੀਦ ਸਾਹਿਬ ਦਾ ਹੈ ਜ਼ੁਬਾਨ, ਔਰ ਜਿਹੜੀ ਇਹ ਮਾਸ ਦੀ ਬਣੀ ਹੋਈ ਆ, ਦੇਖਣ ਨੂੰ ਭਾਸਦਾ ਬਾਬਾ ਫਰੀਦ ਸਾਹਿਬ ਹੈ, ਪਰ ਉਸ ਤਨ ਦੇ ਅੰਦਰ ਬੈਠਾ ਹੈ ਪਰਮਾਤਮਾ, ਬੈਠਾ ਹੈ ਅੱਲਾਹ ਪਾਕ, ਬੈਠਾ ਹੈ ਭਗਵਾਨ। ਬਾਬਾ ਫਰੀਦ ਸਾਹਿਬ ਕਹਿੰਦੇ ਉਹ ਪਰਮਾਤਮਾ ਦੇ ਬੋਲ ਨੇ। ਪਰਮਾਤਮਾ ਇਹ ਬਚਨ ਕਹਿੰਦਾ ਹੈ ਕਿ ਜਿਸ ਨੇ ਵੀ ਸਰੀਰ ਧਾਰੀ ਨੇ ਮੈਨੂੰ ਮਿਲਣਾ ਹੈ ਨਾ, ਇਹ ਪਰਮਾਤਮਾ ਦੇ ਬੋਲ ਨੇ। ਬਾਬਾ ਫਰੀਦ ਸਾਹਿਬ ਕੇਵਲ ਸਾਨੂੰ ਸੁਣਾ ਰਹੇ ਨੇ ਕਿ ਪਰਮਾਤਮਾ ਇਹ ਬਚਨ ਕਹਿੰਦਾ, ਜਿੰਨੇ ਵੀ ਮੈਨੂੰ ਮਿਲਣਾ ਹੈ, ਜਿੰਨੇ ਵੀ ਮੇਰੇ ਤੱਕ ਪਹੁੰਚਣਾ ਹੈ, ਔਰ ਉਹ ਬਚਨ ਕਹਿੰਦੇ ਆ ਆਪ ਸਵਾਰੇ, ਉਹ ਆਪਣੇ ਆਪ ਨੂੰ ਸਵਾਰੇ, ਸੁਧਾਰੇ, ਸ਼ੰਗਾਰੇ, ਫਿਰ ਮਿਲੇਗਾ। ਆਪ ਸਵਾਰੇ ਮੈਂ ਮਿਲੇ। ਜਿਹੜਾ ਆਪਣੇ ਆਪ ਨੂੰ ਸਵਾਰਨ ਲੱਗ ਪਿਆ ਨਾ, ਮਹਾਰਾਜ ਕਹਿੰਦੇ ਉਹਨੂੰ ਮੈਂ ਮਿਲਾਂਗਾ, ਮੇਰੇ ਨਾਲ ਉਹਦਾ ਮਿਲਾਪ ਹੋਵੇਗਾ। ਜਿਹਨੇ ਆਪਣਾ ਜੀਵਨ ਸਵਾਰਿਆ, ਸੁਧਾਰਨ ਲੱਗ ਪਿਆ। ਮਨੁੱਖ ਨੂੰ ਜੋ ਕੁਝ ਨਜ਼ਰ ਆਉਂਦਾ ਹੈ ਨਾ, ਉਸ ਨੂੰ ਅੱਛਾ ਕਰਨਾ ਚਾਹੁੰਦਾ ਹੈ, ਜੋ ਨਹੀਂ ਆਉਂਦਾ ਉਹਨੂੰ ਨਹੀਂ। ਨਜ਼ਰ ਜਿਹੜੀ ਹੈ ਨਾ, ਆਪਣੀ ਨਿਗਾਹ, ਇਹ ਕੁਝ ਦੂਰੀ ਤੋਂ ਦੇਖਦੀ ਹੈ, ਕੁਝ ਦੂਰ ਦੇਖਦੀ ਹੈ। ਨੇੜੇ ਇਹ ਅੱਖਾਂ ਸਭ ਜਹਾਨ ਨੂੰ ਤੱਕਦੀਆਂ ਨੇ, ਬਾਰੀਕ ਤੋਂ ਬਾਰੀਕ ਵਸਤੂ ਨੂੰ ਤੱਕਦੀਆਂ, ਵੱਡੇ ਵੱਡੇ ਪਹਾੜਾਂ ਨੂੰ ਤੱਕਦੀਆਂ ਨੇ, ਵੱਡੇ ਵੱਡੇ ਪੌਦਿਆਂ ਨੂੰ ਤੱਕਦੀਆਂ, ਬਿਲਡਿੰਗਾਂ ਨੂੰ ਤੱਕਦੀਆਂ ਨੇ। ਪਰ ਮਹਾਰਾਜ ਕਹਿੰਦੇ ਇਹਦੇ ਵਿੱਚ ਵਿਦਵਾਨ ਕਹਿੰਦੇ ਕੋਈ ਕਚਰਾ ਕਤਰਾ ਪੈ ਜਾਵੇ ਨਾ, ਉਹ ਨਹੀਂ ਇਹਨਾਂ ਨੂੰ ਦਿਸਦਾ। ਫਿਰ ਦੂਜੇ ਨੂੰ ਹੀ ਵਿਖਾਣਾ ਪੈਂਦਾ, ਦੇਖੀ ਮੇਰੀ ਅੱਖ 'ਚ ਕੀ ਪੈ ਗਿਆ ਹੈ। ਨਹੀਂ ਦੇਖਦੀਆਂ, ਆਪਣੇ ਆਪ ਨੂੰ ਨਹੀਂ ਦੇਖਦੀਆਂ, ਆਪਣੇ ਵਿੱਚ ਕੀ ਹੈ ਉਹਨੂੰ ਨਹੀਂ ਦੇਖਦੀਆਂ। ਨਜ਼ਰ ਦੂਰ ਦੇਖਦੀ ਆ, ਆਪਣੇ ਵਿੱਚ ਨਹੀਂ ਦੇਖਦੀ। ਮਨੁੱਖ ਦੀ ਵੀ ਫਿਦਰਤ ਬਣ ਗਈ, ਜੋ ਦਿਸਦਾ ਉਹਨੂੰ ਦੇਖਦਾ ਹੈ। ਆਪਣੇ ਵਿੱਚ ਨਾ ਨਜ਼ਰ ਅੰਦਰ ਦੇਖੇ, ਨਾ ਮਨੁੱਖ ਆਪਣੇ ਜੀਵਨ ਵਿੱਚ ਝਾਕੇ, ਕਿਉਂਕਿ ਇਹਨੂੰ ਆਪਣਾ ਜੀਵਨ ਨਜ਼ਰ ਹੀ ਨਹੀਂ ਆਉਂਦਾ। ਜੋ ਆਉਂਦਾ ਹੈ ਸਹੀ ਆਉਂਦਾ ਹੈ। ਔਗਣ ਦੂਜੇ ਦੇ, ਬਦਫੈਲੀਆਂ ਦੂਜੇ ਦੀਆਂ, ਗਲਤੀਆਂ ਖਾਮੀਆਂ ਦੂਜੇ ਦੀਆਂ। ਜਿੰਨਾ ਮਨੁੱਖ ਦੂਜੇ ਬਾਰੇ ਜਾਣਦਾ ਹੈ,
ਦੂਜੇ ਦੇ ਪਰਿਵਾਰ ਬਾਰੇ, ਦੂਜੇ ਦੇ ਕਾਰੋਬਾਰ ਬਾਰੇ। ਉਹਨਾਂ ਆਪਣੇ ਪਰਿਵਾਰ ਬਾਰੇ ਤੇ ਆਪਣੇ ਕਾਰੋਬਾਰ ਬਾਰੇ ਨਹੀਂ ਜਾਣਦਾ। ਗੁਸਤਾਖੀ ਮਾਫ, ਇੱਥੋਂ ਅਣਜਾਣ ਹੈ। ਜਿੰਨਾ ਦੂਜੇ ਦੇ ਜੀਵਨ ਬਾਰੇ ਜਾਣਦਾ ਹੈ, ਇਹਦਾ ਜੀਵਨ ਕਿਹੋ ਜਿਹਾ ਹੈ, ਇਹ ਆਪਣੇ ਜੀਵਨ ਬਾਰੇ ਨਹੀਂ ਜਾਣਦਾ ਕਿ ਮੇਰਾ ਜੀਵਨ ਕਿਹੋ ਜਿਹਾ ਹੈ। ਨਾਲੇ ਆਪ ਸਭ ਕੁਝ ਕੀਤਾ ਨਹੀਂ ਜਾਣਦਾ, ਨਹੀਂ ਪਤਾ। ਕਹਿੰਦਾ ਬਹੁਤ ਚੰਗਾ ਹੈ, ਬਹੁਤ ਵਧੀਆ ਹੈ। ਦੂਜੇ ਦੀ ਚੰਗਿਆਈ ਵੀ ਬੁਰਿਆਈ ਬਣ ਕੇ ਨਜ਼ਰ ਆਉਂਦੀ। ਮਹਾਰਾਜ ਕਹਿੰਦੇ ਗੱਲ ਉਦਣ ਬਣਨੀ ਹੈ ਤੂੰ ਦੂਜਿਆਂ ਨੂੰ ਚੰਗੇ ਬਸਤਰ ਪਹਿਨਾਏ, ਦੂਜਿਆਂ ਨੂੰ ਸਿੱਖਿਆਵਾਂ ਦਿੱਤੀਆਂ, ਦੂਜਿਆਂ ਨੂੰ ਸਲਾਹਾਂ ਦਿੱਤੀਆਂ। ਮਹਾਰਾਜ ਕਹਿੰਦੇ ਜਿੱਦਣ ਆਪਣੇ ਜੀਵਨ ਵੱਲੇ ਦੇਖਿਆ ਨਾ, ਦੂਜੇ ਨੂੰ ਦੱਸਦਾ ਰਿਹਾ ਓਏ ਤੇਰੇ ਕੱਪੜਿਆਂ ਨੂੰ ਦਾਗ ਲੱਗਾ ਹੈ, ਤੇਰੀ ਦਸਤਾਰ ਨੂੰ ਦਾਗ ਲੱਗਾ ਹੈ, ਓਏ ਸਜਣਾ ਤੇਰੇ ਔਰ ਜੀਵਨ ਨੂੰ ਦਾਗ ਲੱਗਾ ਹੈ। ਕਹਿੰਦੇ ਆਪਣਾ ਜੀਵਨ ਦੇਖਿਆ ਹੀ ਨਹੀਂ, ਕਾਲਾ ਸ਼ਾਹ ਹੋਇਆ ਪਿਆ ਹੈ। ਆਪਣੇ ਆਪ ਨੂੰ ਵੇਖ, ਆਪਣੇ ਕੱਪੜੇ ਧੋ, ਆਪਣੇ ਕੱਪੜੇ ਮੈਲੇ ਹੋ ਗਏ, ਕਾਲਸ਼ ਲੱਗ ਗਈ, ਉਹ ਇਹਨੂੰ ਧੋ। ਇਹ ਨਹੀਂ ਦਿਸੀ ਕਿਉਂਕਿ ਦੂਰੀ ਤੋਂ ਤੱਕਦੇ ਆ, ਨੇੜੇ ਆ। ਮਿਲਾਪ ਉਦਣ ਹੋਣਾ ਹੀ ਜਿੱਦਣ ਆਪਣੇ ਕੱਪੜੇ ਧਾਰੇ ਧੋਤੇ ਨਾ, ਔਰ ਉਸ ਦਿਨ ਗਲ ਵਕੜੀ ਵਿੱਚ ਲੈਣਾ ਹੈ। ਦੂਜਿਆਂ ਨੂੰ ਕਹਿੰਦਾ ਰਵੇ ਤੇ ਦੂਜੇ ਤਾਂ ਉਹਦੀਆਂ ਗੱਲਾਂ ਸੁਣ ਕੇ ਕੱਪੜੇ ਧੋ ਲੈਵਨ, ਪਰ ਉਹਨੂੰ ਗਲ ਵਕੜੀ 'ਚ ਨਹੀਂ ਲੈਂਦਾ। ਜਿਹਦੇ ਕੱਪੜੇ ਸਾਫ ਸੁਥਰੇ ਨੇ, ਅਗਲਾ ਭੱਜ ਕੇ ਉਹਨੂੰ ਗਲ ਵਕੜੀ ਵਿੱਚ ਲੈਂਦਾ ਹੈ। ਕਹਿੰਦਾ ਕਮਾਲ ਹੋ ਗਈ, ਢੰਗ ਇਹਨੂੰ ਮੈਂ ਦੱਸਿਆ ਮਿਲਣ ਦਾ, ਔਰ ਇਹ ਮਿਲ ਗਿਆ ਤੇ ਮੈਨੂੰ ਹੱਥ ਵੀ ਨਹੀਂ ਮਿਲਾਇਆ, ਕਿਉਂਕਿ ਉਹਦੇ ਤੇ ਮੈਲ ਹੀ ਇੰਨੀ ਕੁ ਚੜੀ ਆ। ਅਗਰ ਕਿਤੇ ਆਪਣਾ ਜੀਵਨ ਵੇਖੇ, ਆਪਣੇ ਕੱਪੜੇ ਧੋ ਲਵੇ ਤੇ ਸੱਜਣੋਂ ਉਹਨੂੰ ਵੀ ਗਲਵਕੜੀ ਵਿੱਚ ਲਿਆ ਜਾਵੇਗਾ। ਔਰ ਇਹਨੇ ਦੂਜਿਆਂ ਨੂੰ ਦੱਸਿਆ ਤੇਰਾ ਜੀਵਨ ਬੇਦਾਗ ਹੈ, ਤੇਰਾ ਜੀਵਨ ਦਾਗੀ ਹੋ ਗਿਆ ਹੈ। ਸੱਜਣਾ ਆਪਣੇ ਜੀਵਨ ਵੱਲੇ ਨਹੀਂ ਤੱਕਿਆ। ਗੱਲ ਉਦਣ ਬਣਨੀ ਆ, ਤੈਨੂੰ ਰੱਬ ਉਦਣ ਮਿਲਣਾ ਆ ਸੱਜਣਾ ਜਿੱਦਣ ਤੇਰਾ ਅੰਤਸ਼ਕਰਨ ਬੇਦਾਗ ਹੋ ਗਿਆ, ਤੇਰਾ ਆਪਣਾ ਇਖਲਾਕ ਬੇਦਾਗ ਹੋ ਗਿਆ। ਉਹਨਾਂ ਸਮਾਂ ਨਹੀਂ ਮਿਲਣਾ ਜਿੰਨਾ ਤੇਰਾ ਨਿੱਜੀ ਜੀਵਨ ਸਾਫ ਸੁਥਰਾ ਨਹੀਂ ਹੋਇਆ। ਭਾਵੇਂ ਸਾਰਾ ਸੰਸਾਰ ਤੁਰਿਆ ਫਿਰੇ, ਤੇਰੇ ਪੱਲੇ ਕੁਝ ਨਹੀਂ ਪੈਣਾ, ਤੇਰਾ ਜੀਵਨ ਦਾਗੀ ਹੈ। ਤਾਂ ਹੀ ਸਭ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਮਨ ਧੋਵੋ। ਇਹ ਦਾਗੀ ਸੀ, ਮਨ ਜਿਹੜਾ ਸੀ ਨਾ ਕਾਲਾ ਹੁਆ ਸਿਆਹੋ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਜਿਹੜਾ ਕਾਲਾ ਹੋਇਆ ਹੈ ਨਾ, ਅਸੀਂ ਦੂਜਿਆਂ ਨੂੰ ਦੱਸਦੇ ਰਹੇ ਤੇਰੇ ਖਿਆਲਾਤ ਬੜੇ ਭੈੜੇ, ਤੇਰੇ ਵਿਚਾਰ ਬੜੇ ਭੈੜੇ, ਤੇਰੇ ਬੋਲ ਬੜੇ ਭੈੜੇ, ਆਪਣਾ ਕੋਈ ਪਤਾ ਹੀ ਨਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਅੰਦਰ ਝਾਤੀ ਮਾਰ, ਜਿਹੜਾ ਤੇਰਾ ਮਨ ਕਾਲਾ ਸ਼ਾਹ ਹੋਇਆ ਹੈ ਨਾ, ਜਿੱਦਣ ਨਜ਼ਰ ਆਪਣੇ ਤੇ ਆ ਗਈ ਤੂੰ ਆਪਣਾ ਮਨ ਧੋ, ਮਨ ਧੋਵੋ, ਸ਼ਬਦ ਲਾਗੋ ਔਰ ਸ਼ਬਦ ਨਾਲ ਜੋੜ। ਤੇਰਾ ਮਨ ਅੰਦਰੋਂ ਧੋ, ਉਹਨੂੰ ਮੈਲ ਲੱਗੀ ਜਨਮਾਂ ਜਨਮਾਂਤਰਾਂ ਦੀ, ਉਹਨੂੰ ਧੋ, ਉਹਨੂੰ ਸਵਾਰ ਕੇ ਐਨ ਪਵਿੱਤਰ ਕਰਕੇ ਧਰ, ਫਿਰ ਉਹ ਪ੍ਰਭੂ ਨਾਲ ਜੁੜੇਗਾ। ਜਦੋਂ ਐਨ ਮੈਲ ਲੈ ਗਈ ਨਾ, ਮੈਲੇ ਕੁਚੈਲੇ ਨੂੰ ਕੋਈ ਗਲਵਕੜੀ ਵਿੱਚ ਨਹੀਂ ਲੈਂਦਾ। ਜਿਹੜੀ ਮੈਲ ਹੈ ਨਾ ਮਨ ਨੂੰ ਲੱਗੀ ਹੋਈ, ਮਾਲਕ ਨੇ ਉਹਨੂੰ ਆਪਣੇ ਵਿੱਚ ਨਹੀਂ ਮਿਲਾਣਾ, ਮਾਲਕ ਕੋਲ ਉਹਨੂੰ ਜਗ੍ਹਾ ਨਹੀਂ ਮਿਲਣੀ। ਔਰ ਜਦੋਂ ਅੰਤਸ਼ਕਰਨ ਪਵਿੱਤਰ ਸ਼ੁੱਧ ਹੋ ਗਿਆ, ਪ੍ਰਭੂ ਉਹਨੂੰ ਗਲਵਕੜੀ ਦੇ ਵਿੱਚ ਲੈ ਲਵੇਗਾ। ਤਾਂ ਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ, ਕਹਿੰਦੇ ਅੰਦਰ ਨੂੰ ਸਵਾਰ। ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹ ਮਨ ਨੂੰ ਧੋ, ਮੈਲ ਉਤਰ ਜਾਏਗੀ, ਮਾਲਕ ਮਿਲ ਜਾਏਗਾ। ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ। ਮਨ ਨੂੰ ਸਵਾਰ, ਤਨ ਨੂੰ ਸਵਾਰ, ਨਦਰ ਨੂੰ ਸਵਾਰ, ਸਰੂਤ ਨੂੰ ਸਵਾਰ, ਬੋਲਾਂ ਨੂੰ ਸਵਾਰ, ਕਦਮਾਂ ਨੂੰ ਸਵਾਰ। ਇਹ ਜਿੱਦਣ ਸਵਰ ਗਏ ਨਾ, ਅੰਤਸ਼ਕਰਨ ਪਵਿੱਤਰ ਹੋ ਗਿਆ। ਪਰ ਪਰਮਾਤਮਾ ਕਹਿੰਦੇ ਮੈਨੂੰ ਮਿਲ ਜਾਏਗਾ। ਆਪ ਸਵਾਰੇ ਮੈਂ ਮਿਲੇ,
ਮੈਂ ਮਿਲਿਆ ਸੁਖ ਹੋਏ, ਉਹਨਾਂ ਚਿਰ ਦੁਖੀਆਂ ਤਨ ਦੇ ਵਿੱਚ ਰਹਿਣ ਵਾਲਿਆ, ਸੰਸਾਰ ਵਿੱਚ ਰਹਿਣ ਵਾਲਿਆ, ਜਿੰਨਾ ਚਿਰ ਮੈਨੂੰ ਨਹੀਂ ਮਿਲਦਾ। ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਜਪਣ ਲੱਗ ਪਿਆ, ਚੱਲ ਪਿਆ, ਤੁਰ ਪਿਆ, ਮਹਾਰਾਜ ਕਹਿੰਦੇ ਸੁਖ ਮਿਲਣ ਲੱਗ ਪਏਗਾ। ਇਹ ਨਹੀਂ ਹੈ ਕਿ ਹਿਮਾਲਿਆ ਪਰਬਤ ਤੇ ਜਾਈਏ ਤੇ ਫੇਰ ਜਾ ਕੇ ਸਾਨੂੰ ਜਿਹੜੀ ਹੈ ਠੰਡਕ ਮਿਲੇਗੀ। ਹਿਮਾਲਿਆ ਦੇ ਆਲੇ ਉਦਾਲੇ ਉਸ ਇਲਾਕੇ ਵਿੱਚ ਹੀ ਚਲੇ ਜਾਈਏ ਨਾ, ਕੁਝ ਉਪਰਾਲਾ ਕਰਨਾ ਪਏਗਾ ਜਾਣ ਲਈ, ਉੱਥੇ ਹੀ ਚਲੇ ਜਾਈਏ। ਹਿਮਾਲਿਆ ਜੀ ਬੜੀ ਦੂਰ ਏ। ਤੇ ਯਾਦ ਰੱਖਣਾ, ਠੰਡੀਆਂ ਹਵਾਵਾਂ ਪਹਿਲਾਂ ਹੀ ਆਉਣ ਲੱਗ ਜਾਂਦੀਆਂ ਨੇ। ਜਿਵੇਂ ਜਿਵੇਂ ਨੇੜੇ ਨੂੰ ਤੁਰੇ ਜਾਈਏ ਠੰਡ ਉਵੇਂ ਵੱਧਦੀ ਜਾਂਦੀ ਆ। ਰੱਬ ਦੀ ਬੰਦਗੀ ਕਰਨ ਵਾਲਿਆ, ਯਤਨ ਕਰਕੇ ਥੋੜਾ ਜਿਹਾ ਚੱਲ ਸੋ, ਇਸ ਮਾਰਗ ਤੇ ਤੁਰ ਸੋ। ਜਦੋਂ ਟੁਰੇਗਾ ਨਾ, ਤੁਰਦਿਆਂ ਜਪਦਿਆਂ ਔਰ ਠੰਡੀਆਂ ਹਵਾਵਾਂ ਤੈਨੂੰ ਸਕੂਨ ਜੀਵਨ ਨੂੰ ਆਉਣ ਲੱਗ ਪਏਗਾ ਤੇ ਮੁਕੰਮਲ ਰੂਪ 'ਚ ਸੁੱਖ। ਸਾਰੇ ਦੁੱਖ ਉਦੋਂ ਚਲੇ ਜਾਣੇ, ਸੁੱਖ ਉਦੋਂ ਹੋਣਾ ਜਦੋਂ ਪ੍ਰਭੂ ਨੂੰ ਮਿਲ ਗਿਆ, ਜਿਹਨੂੰ ਮਹਾਰਾਜ ਕਹਿੰਦੇ ਮੈਂ ਮਿਲਿਆ ਸੁਖ ਹੋਏ। ਪ੍ਰਭੂ ਨੂੰ ਮਿਲ ਕੇ ਸੁਖ ਹੋਣਾ ਹੈ। ਤਾਂ ਹੀ ਸਾਹਿਬ ਨੇ ਕਿਹਾ ਜਾਓ ਸੁਖ ਕੋ ਚਾਹੈ ਸਦਾ, ਸਰਨ ਰਾਮ ਕੀ ਲੇਹ। ਜਿਹੜਾ ਸਦੀਵ ਕੱਲ ਸੁਖ ਚਾਹੁੰਦਾ ਹੈ ਨਾ, ਉਹ ਰੱਬ ਦੀ ਸ਼ਰਨ ਲਏ, ਭਗਵਾਨ ਦੀ ਸ਼ਰਨ ਲਏ, ਪਰਮਾਤਮਾ ਦੀ ਸ਼ਰਨ ਲਏ। ਮਹਾਰਾਜ ਕਹਿੰਦੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਆਹ ਸਭ ਤੋਂ ਗੱਲ ਔਖੀ ਜੇ ਰੱਬ ਦਾ ਹੋਣਾ, ਪਰਮਾਤਮਾ ਦਾ ਹੋਣਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਮਨੁੱਖ ਕਹਿੰਦਾ ਸੰਸਾਰ ਮੇਰੀ ਵਡਿਆਈ ਉਪਮਾ ਕਰੇ, ਉਸਤੀ ਕਰੇ, ਜੋ ਮੈਂ ਕਹਾਂ ਉਹਨਾਂ ਗੱਲਾਂ ਨੂੰ ਮੰਨੇ। ਜਿੱਧਰ ਨੂੰ ਮੈਂ ਟੁਰਾਂ ਮੇਰੇ ਪਿੱਛੇ ਕਤਾਰਾਂ ਬੰਨ ਬੰਨ ਕੇ ਤੁਰੇ ਆਵਨ, ਮੇਰੇ ਸੋਹਲੇ ਗਾਵਨ। ਮਹਾਰਾਜ ਕਹਿੰਦੇ ਤੂੰ ਰੱਬ ਦੇ ਸੋਹਲੇ ਗਾ, ਤੂੰ ਰੱਬ ਦੇ ਮਾਰਗ ਤੇ ਤੁਰਿਆ ਆ, ਤੂੰ ਰੱਬ ਦੇ ਬਚਨਾਂ ਨੂੰ ਮੰਨਣ ਲੱਗ ਜਾ। ਯਾਦ ਰੱਖੀ ਸਜਣਾ, ਇਹ ਲੋਕ ਤੇਰੇ ਪਿੱਛੇ ਪਿੱਛੇ ਤੁਰੇ ਆਉਣਗੇ। ਜਦੋਂ ਤੂੰ ਰੱਬ ਦੇ ਬਚਨਾਂ ਨੂੰ ਮੰਨੇਗਾ, ਤੇਰੇ ਬਚਨਾਂ ਨੂੰ ਮੰਨਣਗੇ। ਮਹਾਰਾਜ ਸੱਚੀ ਸਰਕਾਰ ਨੇ ਬਚਨ ਸਮਝਾਏ, ਕਹਿੰਦੇ ਸੰਸਾਰ ਤੇਰਾ ਹੋ ਜਾਏਗਾ। ਉਹ ਸੰਸਾਰ ਤੇਰਾ ਹੋਵੇ ਉਦੋਂ ਪਹਿਲਾਂ ਤੂੰ ਮੇਰਾ ਹੋ ਜਾ। ਅਗਰ ਤੂੰ ਮੇਰਾ ਨਹੀਂ ਹੋਇਆ, ਸੰਸਾਰ ਤੇਰਾ ਨਹੀਂ ਹੋਵੇਗਾ। ਅਸੀਂ ਕਹਿੰਦੇ ਨਾ ਮੈਂ ਫਲਾਣੇ ਨੂੰ ਆਪਣਾ ਬਣਾਇਆ, ਬੜਾ ਪ੍ਰੇਮ ਕੀਤਾ, ਬੜੀ ਮਦਦ ਕੀਤੀ, ਪਰ ਉਹ ਮੇਰਾ ਨਹੀਂ ਬਣਿਆ। ਗੁਸਤਾਖੀ ਮਾਫ। ਤੂੰ ਤਾਂ ਉਹਨੂੰ ਕੁਝ ਮਾਇਆ ਖਵਾਈ, ਕੁਝ ਔਰ ਦਾਣੇ ਖਵਾਤੇ, ਕੁਝ ਧਨ ਖਵਾਤਾ, ਕੁਝ ਮਦਦ ਕਰ ਦਿੱਤੀ। ਜਿਹੜੇ ਨਿਰੰਕਾਰ ਨੇ ਤੈਨੂੰ ਪਰਿਵਾਰ, ਕਾਰੋਬਾਰ, ਧੰਦਾ, ਜੀਵਨ, ਸਵਾਸ ਸਭ ਕੁਝ ਦਿੱਤਾ ਤੇ ਤੂੰ ਉਹਦੇ ਨਾਲ ਨਹੀਂ ਬੇਵਫਾਈ ਕੀਤੀ, ਤੂੰ ਵੀ ਉਹਦੇ ਨਾਲ ਕੀਤੀ ਆ ਜੋ ਕੁਝ ਤੇਰੇ ਨਾਲ ਹੋਇਆ। ਅਗਰ ਕਿਤੇ ਤੂੰ ਪਰਮਾਤਮਾ ਨਾਲ ਵਫਾ ਕਰਦਾ ਨਾ, ਔਰ ਪਰਮਾਤਮਾ ਤੇ ਤੇਰੇ ਨਾਲ ਸੰਸਾਰ ਕਰਦਾ, ਤੂੰ ਨਿਰੰਕਾਰ ਨਾਲ ਗੁਸਤਾਖੀ ਕੀਤੀ, ਤੂੰ ਨਿਰੰਕਾਰ ਦਾ ਨਹੀਂ ਹੋਇਆ, ਇਹ ਸੰਸਾਰ, ਇਹ ਮਨੁੱਖਤਾ ਤੇਰੀ ਨਹੀਂ ਹੋਈ। ਤੂੰ ਖਾ ਪੀ ਕੇ ਨਿਰੰਕਾਰ ਦਾ ਔਰ ਉਹਦੇ ਨਾਲ ਮਖੌਲਬਾਜ਼ੀ ਸਮਝਦਾ ਰਿਹਾ, ਹਮੈਤ ਕਿਸੇ ਹੋਰ ਦੀ ਕਰਦਾ ਰਿਹਾ, ਸੋਲੇ ਕਿਸੇ ਹੋਰ ਦੇ ਗਾਏ। ਐਉਂ ਹੀ ਸੰਸਾਰ ਦੇ ਲੋਕ ਖਾਂਦੇ ਪੀਂਦੇ ਤੇਰੇ ਨਾਲ ਨੇ, ਤੇ ਜਦੋਂ ਮਤਲਬ ਹੁੰਦਾ ਉਦੋਂ ਦੂਜੇ ਪਾਸੇ ਖੜੇ ਹੁੰਦੇ ਨੇ। ਮਹਾਰਾਜ ਸਾਹਿਬ ਕਹਿੰਦੇ ਇਹੋ ਕੁਝ ਤੂੰ ਕੀਤਾ, ਜੋ ਕੀਤਾ ਉਹ ਤੇਰੇ ਨਾਲ ਹੋ ਰਿਹਾ। ਤੂੰ ਵਫਾ ਕਮਾ, ਤੇਰੇ ਨਾਲ ਬੇਵਫਾਈ ਨਹੀਂ ਹੁੰਦੀ। ਤੂੰ ਭਲਾ ਕਰ, ਤੇਰਾ ਬੁਰਾ ਹੁੰਦਾ ਨਹੀਂ। ਤੂੰ ਪਰਮਾਤਮਾ ਦੇ ਮਾਰਗ ਤੇ ਤੁਰ, ਤੇਰੇ ਉਲੀਕੇ ਮਾਰਗ ਤੇ ਤੁਰਿਆ ਆਵੇਗਾ। ਹੁਣ ਭਗਤ ਪਰਮਾਤਮਾ ਦੇ ਮਾਰਗ ਤੇ ਤੁਰੇ ਨਾ, ਤੇ ਸੰਸਾਰ ਉਹਨਾਂ ਨੂੰ ਚਿਤਵਦਾ। ਅੱਜ ਵੀ ਉਹਨਾਂ ਦੇ ਬੋਲਾਂ ਨੂੰ ਮੱਥਾ ਪਏ ਟੇਕਦੇ ਆ, ਅੱਜ ਵੀ ਉਹਨਾਂ ਦੇ ਬੋਲਾਂ ਨੂੰ ਪੜ੍ਹਦੇ ਸੁਣਦੇ ਆ। ਮਹਾਰਾਜ ਸਾਹਿਬ ਕਹਿੰਦੇ ਤੂੰ ਮੇਰਾ ਨਹੀਂ ਹੋਇਆ ਤੇ ਤੂੰ ਇਹ ਕਿਵੇਂ ਆਸ ਕਰ ਲਈ ਸੰਸਾਰ ਤੇਰਾ ਹੋ ਜਾਏ। ਮਹਾਰਾਜ ਕਹਿੰਦੇ ਪਹਿਲਾਂ ਤੂੰ ਮੇਰਾ ਹੋ ਜਾ, ਸੰਸਾਰ ਤੇਰਾ ਹੋ ਜਾਏਗਾ। ਸੰਸਾਰ ਦੇ ਜੀਵਾਂ ਦੀ ਉਮੀਦ ਕਿੰਨੀ ਕੁ। ਮਹਾਰਾਜ ਕਹਿੰਦੇ ਕੰਧੀ ਉੱਤੇ ਰੁਖੜਾ, ਕਿਚਰ ਕਾ ਬੰਨ੍ਹੈ ਧੀਰ। ਸਾਹਿਬ ਬਾਬਾ ਫਰੀਦ ਸਾਹਿਬ ਕਹਿੰਦੇ ਕੰਧੀ ਦਾ ਅਰਥ ਆ ਕਿਨਾਰਾ।
ਕਿਨਾਰਾ ਹੈ ਨਦੀ ਦਾ, ਕਿਨਾਰਾ ਹੈ ਦਰਿਆ ਦਾ। ਉਹ ਦਰਿਆ ਦੇ ਕਿਨਾਰੇ ਦੇ ਉੱਪਰ ਨਾ ਰੁੱਖ ਖੜਾ, ਦਰਖਤ, ਤੇ ਉਹ ਪਾਣੀ ਜਿਹੜਾ ਦਰਿਆ ਦਾ ਵਹਾਅ ਵਹਿੰਦਾ ਹੈ ਨਾ, ਉਹ ਕਿਨਾਰਿਆਂ ਨਾਲ ਵੱਜਦਾ ਹੈ ਤੇ ਥੱਲਿਓਂ ਮਿੱਟੀ ਖੋਰਦਾ ਹੈ ਉਹਦੀਆਂ ਜੜ੍ਹਾਂ ਚੋਂ। ਤੇ ਹੁਣ ਉਹਦੀ ਜੜ੍ਹਾਂ ਤੋਂ ਮਿੱਟੀ ਨਿਕਲਦੀ ਜਾਂਦੀ, ਰੁੱਖ ਉੱਪਰ ਖੜਾ ਹੈ, ਕਿੰਨਾ ਕੁ ਚਿਰ ਧੀਰਜ ਕਰੇਗਾ, ਕਿੰਨਾ ਕੁ ਚਿਰ ਹੌਸਲਾ ਰੱਖੇਗਾ, ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਆ ਕਿ ਮਿੱਟੀ ਇਹਦੀਆਂ ਜੜ੍ਹਾਂ ਚੋਂ ਖੁਰ ਗਈ, ਕਿਨਾਰੇ ਦਰਿਆ ਨੇ, ਨਦੀ ਨੇ, ਪਾਣੀ ਨੇ ਖੋਰ ਦਿੱਤੇ ਔਰ ਬਿਲਕੁਲ ਨਿਗੁਣੀ ਜਿਹੀ ਜਗ੍ਹਾ ਤੇ ਖਲਾ ਹੈ। ਤੇ ਅੱਜ ਵੀ ਡਿੱਗਾ ਤੇ ਕੱਲ ਵੀ ਡਿੱਗਾ, ਝੱਟ ਵੀ ਡਿੱਗਾ ਤੇ ਪਲ ਵੀ ਡਿੱਗਾ, ਉਹਦੀ ਕੋਈ ਉਮੀਦ ਨਹੀਂ ਬਈ ਇਹ ਸਦੀਵ ਕਾਲ ਖਲਾ ਰਹੇਗਾ। ਬਾਬਾ ਫਰੀਦ ਸਾਹਿਬ ਤੇ ਕਬੀਰ ਸਾਹਿਬ ਨੇ ਨਾ ਬਿਲਕੁਲ ਸਿੱਧੇ ਸਾਧੇ ਪ੍ਰਮਾਣ ਦੇ ਦੇ ਕੇ ਸਾਨੂੰ ਸਮਝਾਇਆ। ਇਹ ਵੱਖਰੀ ਬਾਤ ਹੈ, ਅਸੀਂ ਸਮਝਣਾ ਨਹੀਂ ਚਾਹਿਆ। ਆਂਦੇ ਬਈ ਜਿਵੇਂ ਉਹ ਦਰਖਤ ਕਿਨਾਰੇ ਤੇ ਖੜਾ, ਪਾਣੀ ਜੜ੍ਹਾਂ ਵਿੱਚੋਂ ਮਿੱਟੀ ਖੋਰਦਾ, ਕਿਨਾਰਿਆਂ ਨੂੰ ਤੋੜਦਾ, ਕੰਧਾਂ ਨੂੰ ਤੋੜਦਾ, ਉਹਦੀ ਕੋਈ ਉਮੀਦ ਨਹੀਂ ਇਹ ਖੜਾ ਰਹੇਗਾ, ਹੁਣ ਵੀ ਡਿੱਗਾ, ਹੁਣ ਵੀ ਡਿੱਗਾ। ਕਹਿਣ ਲੱਗੇ ਸੱਜਣਾ, ਸੰਸਾਰ ਦੇ ਵਿੱਚ ਜੀਵ ਜਿਹੜਾ ਹੈ ਨਾ, ਔਰ ਇਹਦੀ ਪ੍ਰਲਬਧੀ ਨੂੰ ਕਾਲ ਖੋਰਦਾ ਹੈ, ਖੋਰਦਾ ਹੈ। ਉਮਰ ਘਟਦੀ ਜਾ ਰਹੀ, ਸਕਿੰਟਾਂ ਮਿੰਟਾਂ 'ਚ ਇਹਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਹੈ। ਕਹਿੰਦੇ ਕਿੰਨਾ ਕੁ ਚਿਰ ਧੀਰਜ ਕਰਕੇ ਖਲੋਵੇਗਾ, ਬਈ ਮੈਂ ਰਹਾਂਗਾ, ਕਿੰਨਾ ਕੁ ਚਿਰ ਇਹਦੀ ਉਮੀਦ ਕਰੀਏ। ਜਿਹਦੇ ਸਿਰ ਤੇ ਕਾਲ ਪਿਆ ਨੱਚਦਾ, ਮੌਤ ਪਈ ਨੱਚਦੀ ਆ, ਸੰਸਾਰ ਸਮੁੰਦਰ ਅੰਦਰ ਰਹਿੰਦਾ ਹੈ, ਮੌਤ ਰੂਪ ਜਲ ਇਹਦੀਆਂ ਜੜ੍ਹਾਂ ਔਰ ਜੀਵਨ ਰੂਪ ਖੇਡਦਾ ਪਿਆ, ਦੁਖੇੜਦਾ ਪਿਆ। ਕਿੰਨੀ ਕੁ ਉਮੀਦ ਕਰਾਂਗੇ, ਕਿੰਨਾ ਚਿਰ ਜੀਵੇਗਾ, ਕੋਈ ਉਮੀਦ ਨਹੀਂ। ਇਹਦਾ ਇਹ ਨਹੀਂ ਪਤਾ ਬਈ ਹੁਣੇ ਇੱਥੇ ਬੈਠਾ ਹੈ ਤੇ ਦੜ ਕਰਕੇ ਡਿੱਗ ਪਵੇ, ਕੋਈ ਉਮੀਦ ਨਹੀਂ, ਕੀ ਹੋ ਜਾਣਾ ਹੈ, ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਇਸ ਜੀਵ ਦੀ ਇੰਨੀ ਕੁ ਔਕਾਤ ਤੇ ਇੰਨੀ ਕੁ ਜ਼ਿੰਦਗੀ ਹੈ ਕਿ ਕੰਧੀ ਉੱਤੇ ਰੁਕੜਾ ਕਿਚੁਰਕ ਬੰਨੈ ਧੀਰ, ਕਿੰਨੀ ਕੁ ਧੀਰਜ ਹੌਸਲਾ ਬਣ ਕੇ ਉਮੀਦ ਨਾਲ ਇਹ ਖੜਾ ਰਹਿ ਸਕਦਾ ਹੈ। ਦੂਜਾ ਪ੍ਰਮਾਣ ਦਿੰਦੇ ਫਰੀਦਾ, ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਇੱਕ ਤਾਂ ਪੱਕਾ ਘੜਾ ਹੁੰਦਾ ਹੈ ਨਾ, ਇੱਕ ਘੁਮਿਆਰ ਨੇ ਘੜਾ ਬਣਾਇਆ ਹੁੰਦਾ ਹੈ, ਅਜੇ ਉਹਨੂੰ ਆਵੀ 'ਚ ਨਹੀਂ ਰੱਖਿਆ ਹੁੰਦਾ, ਕੱਚਾ, ਤੇ ਉਹਦੇ ਵਿੱਚ ਪਾਣੀ ਪਾ ਦੇਈਏ, ਉਸ ਕੱਚੇ ਘੜੇ ਦੀ ਉਮੀਦ ਕਰੀਏ ਬਈ ਇਹਦੇ 'ਚ 5-4 ਦਿਨ ਪਾਣੀ ਪਿਆ ਰਹੇਗਾ, ਉਹ ਵੀ ਗਲਦਾ ਹੋਵੇਗਾ, ਖਤਮ ਹੋ ਜਾਏਗਾ। ਕੱਚੇ ਭਾਂਡੇ ਵਿੱਚ ਪਾਇਆ ਪਾਣੀ, ਉਹਦੀ ਕੋਈ ਉਮੀਦ ਨਹੀਂ ਔਰ ਉਹਨੂੰ ਖਤਮ ਕਰ ਦੇਵੇਗਾ। ਮਹਾਰਾਜ ਸਾਹਿਬ ਕਹਿੰਦੇ ਸੱਜਣਾ, ਉਹ ਮਿੱਟੀ ਦਾ ਬਣਿਆ ਭਾਂਡਾ, ਉਹਦੇ ਵਿੱਚ ਪਾਇਆ ਪਾਣੀ, ਕੋਈ ਉਮੀਦ ਨਹੀਂ ਕਿ ਇਹ ਰਹੇਗਾ। ਕਹਿਣ ਲੱਗੇ ਸੱਚ ਜਾਣੀ, ਮਿੱਟੀ ਤੋਂ ਬਣਿਆ ਭਾਂਡਾ, ਮਿੱਟੀ ਤੋਂ ਬਣਿਆ ਸਰੀਰ, ਉਹਦੇ ਵਿੱਚ ਪਾਣੀ ਪਾਇਆ, ਇਹਦੇ ਵਿੱਚ ਸਵਾਸ ਪਾਇਆ, ਦੋਨਾਂ ਦੀ ਉਮੀਦ ਹੀ ਕੋਈ ਨਹੀਂ। ਕਿੰਨਾ ਕੁ ਚਿਰ ਰਹਿਣਗੇ, ਦੋਨੇ ਖਤਮ ਹੋ ਜਾਣਗੇ। ਇਹ ਵੀ ਮਿੱਟੀ ਦਾ ਬਣਿਆ ਹੈ, ਬਣਿਆ ਹੋਇਆ ਸਰੀਰ ਹੈ ਔਰ ਕਿਚਰ ਤਾਈ ਨੀਰ, ਕਿੰਨਾ ਕੁ ਚਿਰ ਤੱਕ ਇਹਦੇ 'ਚ ਪਾਣੀ ਰੱਖਿਆ ਜਾ ਸਕਦਾ ਹੈ। ਇਹ ਤਾਂ ਪਾਣੀ ਦੀ ਮਰਜ਼ੀ, ਪਰਮਾਤਮਾ ਦੀ ਮਰਜ਼ੀ ਹੈ, ਇਹਨੂੰ ਕਿੰਨਾ ਕੁ ਚਿਰ ਰੱਖਦਾ ਹੈ ਪਤਾ ਹੀ ਨਹੀਂ, ਕੋਈ ਉਮੀਦ ਨਹੀਂ, ਕਿਉਂਕਿ ਕੱਚਾ ਹੈ, ਕੱਚਾ ਖੁਰ ਜਾਂਦਾ ਹੈ, ਕੱਚਾ ਗਲ ਜਾਂਦਾ ਹੈ। ਇਹ ਸਰੀਰ ਵੀ ਮਿੱਟੀ ਦਾ ਬਣਿਆ ਹੈ, ਇਹਨੇ ਵੀ ਪਤਾ ਨਹੀਂ ਕਦੋਂ ਸਿਥਲ ਹੋ ਜਾਣਾ, ਕਦੋਂ ਇਹਨੇ ਡਿੱਗ ਜਾਣਾ ਹੈ। ਮਹਾਰਾਜ ਸਾਹਿਬ ਕਹਿੰਦੇ ਇਹਦੇ ਵਿੱਚੋਂ ਵੀ ਸਵਾਸਾਂ ਦਾ ਪਾਣੀ ਪਤਾ ਨਹੀਂ ਕਦੋਂ ਜਿੰਦ ਨੇ ਨਿਕਲ ਜਾਣਾ ਹੈ, ਇਹਦੀ ਕੋਈ ਉਮੀਦ ਨਹੀਂ। ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ, ਮਹਿਲ ਨਿਸਖਣ ਰਹਿ ਗਏ, ਵਸਾ ਆਇਆ ਤਲ, ਗੋਰਾ ਸੇ ਨੇ ਮਾਣੀਆਂ, ਬੈਸਨ ਰੂਹਾਂ ਮਲ, ਆਖੀ ਸਿੱਖ ਬੰਦਗੀ, ਚੱਲਣ ਅੱਜ ਕਿ ਕੱਲ। ਬਾਬਾ ਫਰੀਦ ਸਾਹਿਬ ਬਚਨ ਕਰਦੇ ਨੇ, ਕਹਿੰਦੇ ਮਹਿਲ ਨਿਸਖਣ ਰਹਿ ਗਏ, ਮਹੱਲ ਬਣਾਇਓ ਸਖਣੇ ਰਹਿ ਗਏ। ਸਖਣਾ ਕਹਿੰਦੇ ਖਾਲੀ,
ਖਾਲੀ ਰਹਿ ਗਏ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਜੀਵ ਨੇ ਘਰ ਬਣਾਏ ਨਾ, ਮਹੱਲ ਉਸਾਰੇ, ਉਹ ਸਖਣੇ ਰਹਿ ਗਏ। ਬਣਾਏ ਤਾਂ ਆਪਦੇ ਰਹਿਣ ਵਾਸਤੇ ਸੀ ਨਾ, ਪਰ ਆਖਰਕਾਰ ਉਹਨੂੰ ਛੱਡਣਾ ਪੈ ਗਿਆ, ਉਹ ਖਾਲੀ ਕਰਨੇ ਪੈ ਗਏ ਮਕਾਨ, ਕਿਉਂਕਿ ਉੱਥੇ ਕਿਸੇ ਹੋਰ ਦੇ ਕੰਮ ਉਹ ਆਉਣੇ ਨੇ, ਆਪ ਨੂੰ ਛੱਡਣੇ ਪੈ ਗਏ। ਇੱਕ ਮਕਾਨ ਇਹ ਸਰੀਰ ਹੈ ਜਿਹਦੇ ਵਿੱਚ ਜੀਵ ਵਸਦਾ ਹੈ। ਕਹਿਣ ਲੱਗੇ ਮਹਿਲ ਨਸਖਣ ਰਹਿ ਗਏ, ਇਹ ਮਹਿਲ ਮਹੱਲ ਨਸਖਣਾ ਖਾਲੀ ਰਹਿ ਗਿਆ। ਔਰ ਕਹਿਣ ਲੱਗੇ ਕਿਉਂ? ਵਾਸਾ ਆਇਆ ਤਲ। ਕਹਿਣ ਲੱਗੇ ਜਦੋਂ ਮਹਿਲ ਖਾਲੀ ਹੋਇਆ ਨਾ, ਕਹਿੰਦੇ ਸਜਣਾ ਉਹਨਾਂ ਇਸ ਮਹੱਲ ਦੇ ਵਿੱਚ ਨਹੀਂ, ਮਹੱਲਾਂ 'ਚ ਨਹੀਂ ਰਿਹਾ, ਉਸ ਵੇਲੇ ਤਲ ਧਰਤੀ ਦਾ ਪੁੱਟ ਕੇ ਕਬਰ ਦੇ ਵਿੱਚ ਰੱਖਤਾ। ਘਰ ਵਿੱਚ ਵਾਸਾ ਨਹੀਂ ਮਿਲਿਆ, ਮਕਾਨਾਂ ਵਿੱਚ ਮਹੱਲਾਂ ਵਿੱਚ ਅਰਥੀ ਨਹੀਂ ਰੱਖੀ ਗਈ। ਔਰ ਕਬਰ ਪੁੱਟ ਕੇ, ਕਬਰ ਦਾ ਤਾਂ ਗੱਲ ਕਰਦੇ ਨੇ ਬਾਬਾ ਫਰੀਦ ਸਾਹਿਬ ਸੂਫੀ ਮੱਤ ਦੇ ਨੇ, ਸਲਾਮੀਅਤ ਦੇ ਨਾਲ ਸੰਬੰਧਤ ਨੇ। ਕਹਿਣ ਲੱਗੇ ਉਹ ਕਬਰ ਦੇ ਵਿੱਚ ਪਿਆ ਤਨ ਜਿਹੜਾ ਖਾਲੀ ਹੋਇਆ। ਕਹਿਣ ਲੱਗੇ ਗੋਰਾਂ ਛੇ ਨਿਮਾਣੀਆਂ, ਗੋਰਾਂ ਮੈਨਾ ਕਬਰਾਂ, ਨਿਮਾਣੀਆਂ ਮੈਨਾ ਵਿਚਾਰੀਆਂ। ਹੁਣ ਉਹ ਵਿਚਾਰੀਆਂ ਜਿਹੜੀਆਂ ਕਬਰਾਂ ਨੇ, ਕਹਿਣ ਲੱਗੀ ਬੈਸਨ ਰੂਹਾਂ ਮਲ। ਅਸਲਾਮੀਅਤ ਦੀ ਸ਼ਰ੍ਹਾ ਵਿੱਚ ਇਹ ਗੱਲ ਆ, ਉਹਨਾਂ ਦੀ ਸ਼ਰ੍ਹਾ ਮੁਤਲਕ ਕਿ ਸਰੀਰ ਜਿਹੜੇ ਜਦ ਦਫਨ ਕੀਤੇ ਜਾਂਦੇ, ਰੂਹਾਂ ਉਹਨਾਂ ਚਿਰ ਉੱਥੇ ਰਹਿੰਦੀਆਂ ਨੇ। ਕਿਆਮਤ ਦਾ ਦਿਨ ਆਉਂਦਾ ਹੈ, ਫਿਰ ਉਸ ਦਿਨ ਇਹਨਾਂ ਰੂਹਾਂ ਦਾ ਲੇਖਾ ਦੁੱਖਾ ਹੁੰਦਾ, ਇੱਥੋਂ ਜਾਂਦੀਆਂ ਉਹਨਾਂ ਚਿਰ ਰੂਹ ਕਬਰ ਦੇ ਦਾਲੇ ਰਹਿੰਦੀ ਹੈ, ਕਬਰ ਵਿੱਚ ਰਹਿੰਦੀ। ਇਹ ਉਹਨਾਂ ਦਾ ਮਤ ਹੈ, ਗੁਰਮਤ ਦਾ ਨਹੀਂ। ਗੁਰਮਤ ਤਾਂ ਕਹਿੰਦੀ ਹੈ ਜਦੋਂ ਤਨ ਛੱਡਿਆ ਜੀਵ ਗਿਆ ਹੈ, ਅੱਗੇ ਤੁਰ ਗਿਆ ਦਾ ਲੇਖੇ ਜੋਖੇ ਨੂੰ, ਇੱਥੇ ਨਹੀਂ। ਇਹ ਉਹਨਾਂ ਦੀ ਸ਼ਰ੍ਹਾ ਦੇ ਮੁਤਲਕ ਹੈ। ਉਸ ਸ਼ਰ੍ਹਾ ਦੇ ਮੁਤਲਕ ਬਾਬਾ ਫਰੀਦ ਸਾਹਿਬ ਗੱਲ ਕਰਦੇ, ਕਹਿੰਦੇ ਹੁਣ ਉਹ ਗੋਰਾਂ ਸੇ ਨੇ ਮਾਣੀਆਂ, ਵਿਚਾਰੀਆਂ ਗੋਰਾਂ ਦੇ ਵਿੱਚ ਸਰੀਰ ਪਾਇਆ ਸੀ ਨਾ, ਪਹਿਲਾਂ ਸਰੀਰ ਨੇ ਘਰ ਦੇ ਮਹੱਲ ਖਾਲੀ ਕੀਤੇ, ਤੇ ਜਾਨ ਨੇ, ਜਿੰਦ ਨੇ ਇਹ ਤਨ ਦਾ ਮਹੱਲ ਖਾਲੀ ਕੀਤਾ, ਕਬਰ ਦੇ ਵਿੱਚ ਆ ਗਿਆ। ਤੇ ਤੀਜਾ ਇਹਦਾ ਮੈਨਾ ਸੁਣ ਲਿਆ ਜੇ, ਔਰ ਕਬਰ ਦੇ ਵਿੱਚ ਰੱਖੇ ਨੂੰ ਕਿਰਮਦਲ ਖਾਈ, ਇਹ ਤਨ ਸਮੇਟਿਆ ਗਿਆ। ਹੁਣ ਕਬਰ ਵਿੱਚੋਂ ਖਾਲੀ ਹੋ ਗਈ ਨਾ, ਜਦੋਂ ਖਾਧਾ ਗਿਆ, ਫਿਰ ਉਹ ਖਾਲੀ ਕਬਰ ਗੋਰ ਨਿਮਾਣੀ ਜਿਹੜੀ ਸੀ ਨਾ, ਨਿਮਾਣੀਆਂ ਵਿਚਾਰੀਆਂ ਸੀ, ਉਹਨਾਂ ਵਿੱਚ ਸਰੀਰ ਤਾਂ ਖਤਮ ਹੋ ਗਿਆ। ਕਹਿੰਦੇ ਬੈਸਨ ਰੂਹਾਂ ਮਲ, ਰੂਹਾਂ ਆਪਣੀ ਆਪਣੀ ਕਬਰ ਨੂੰ ਮਲ ਕੇ ਵੇਚਾਂ ਦੇ ਬੈਠੀਆਂ ਨੇ। ਕਿਉਂ? ਕਿਆਮਤ ਦਾ ਦਿਨ ਆਵੇਗਾ, ਫਿਰ ਇਹਨਾਂ ਦਾ ਲੇਖਾ ਹੋਵੇਗਾ, ਤੇ ਜਿਸ ਜਿਸ ਦੀ ਸਿਫਾਰਿਸ਼ ਪੀਰ ਕਰੇਗਾ, ਉਹਨਾਂ ਦਾ ਰਹਿਬਰ ਕਰੇਗਾ, ਉਹ ਬਹਿਸ਼ਤ ਅੰਦਰ ਜਾਏਗਾ, ਦੂਜਾ ਦੋਜ਼ਖ ਅੰਦਰ ਜਾਏਗਾ। ਕਹਿਣ ਲੱਗੇ ਉਹ ਰੂਹਾਂ ਉਹਦੇ ਵਿੱਚ ਬੈਠੀਆਂ ਨੇ, ਉਸ ਤਨ ਨੇ ਉਹ ਕਬਰ ਵਾਲਾ ਮਹੱਲ ਖਾਲੀ ਕਰ ਦਿੱਤਾ, ਉੱਥੇ ਰੂਹ ਕੱਲੀ ਰਹਿ ਗਈ। ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਦੇਖ, ਸਰੀਰ ਧਾਰੀਆ ਪਹਿਲਾਂ ਬਾਹਰ ਦੇ ਘਰ ਖਾਲੀ ਕੀਤੇ, ਕਬਰ ਵਿੱਚ ਆਇਓ, ਔਰ ਕਬਰ 'ਚ ਆਉਣ ਤੋਂ ਪਹਿਲਾਂ ਤਨ ਰੂਪੀ ਘਰ ਖਾਲੀ ਕੀਤਾ, ਤਨ ਕਬਰ ਵਿੱਚ ਆਇਆ, ਮੁੜ ਕੇ ਕਬਰ ਵਿੱਚ ਆ ਕੇ ਕਬਰ ਦਾ ਬਣਿਆ ਖੋਲ ਉਹਨੂੰ ਖਾਲੀ ਕੀਤਾ, ਉਹਦੇ ਵਿੱਚ ਕੱਲੀ ਰੂਹ ਰਹਿ ਗਈ, ਉਹਨੂੰ ਮੱਲ ਕੇ ਬਈ ਇੱਥੇ ਬੈਠਣਾ ਹੈ। ਇੱਕ ਦਿਨ ਰੂਹ ਵੀ ਨੇ ਵੀ ਚਲੀ ਜਾਣਾ, ਕਿਆਮਤ ਵਾਲੇ ਦਿਨ। ਇਹ ਉਹਨਾਂ ਦਾ ਮਤ ਹੈ, ਗੁਰਮਤ ਦਾ ਨਹੀਂ। ਮੈਂ ਪਹਿਲੇ ਵੀ ਅਰਜ਼ ਕੀਤੀ ਹੈ। ਮਹਾਰਾਜ ਕਹਿੰਦੇ ਆ ਇਹਨੂੰ ਤੱਕ ਕੇ ਸਾਰੇ ਮਾਦਰੇ ਨੂੰ ਆਖੀ ਸੇਖਾ ਬੰਦਗੀ, ਸੇਖ ਮੈਨਾ ਵੱਡਾ, ਔਰ ਕਹਿਣ ਲੱਗੇ ਉਹਨਾਂ ਨੂੰ ਆਖੀ, ਔਰ ਦੁਨੀਆ ਨੂੰ ਬੰਦਗੀ, ਬੰਦਗੀ ਕਰ, ਆਬਾਦਤ ਕਰ, ਆਬਾਦਤ ਕਰ, ਸਿਮਰਨ ਕਰ, ਸਿਮਰਨ ਕਰ। ਔਰ ਦੁਨੀਆ ਨੂੰ ਇਹ ਸੁਨੇਹਾ ਦੇਹੀ ਕਿ ਆਹ ਹਾਲਤ ਹੁੰਦੀ ਜੇ ਤੇ ਹੋਣੀ ਜੇ ਸਭਨਾ ਸ਼ਰੀਰਾਂ ਦੀ। ਔਰ ਦੁਨੀਆ ਨੂੰ ਆਖੀ ਬੰਦਗੀ ਕਿ ਤੁਹਾਡੀ ਔਕਾਤ ਪਤਾ ਕਿੰਨੀ, ਕਿ ਜਿਹੜੇ ਸ਼ਰੀਰ ਧਾਰੀ ਰਹਿੰਦੇ ਹੋ
ਅੱਜ ਕੇ ਕੱਲ ਤੁਹਾਡੇ ਤੇ ਵੀ ਇਹ ਦਿਨ ਆ ਜਾਣਾ ਜੇ, ਸੋ ਦਿਨ ਆਵਣ ਲਾਗਾ। ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕੋ ਹੈ ਕਾਕਾ। ਦੱਸੋ ਕੌਣ ਕੀਦਾ? ਉਹ ਦਿਨ ਆਉਣ ਲੱਗਾ ਜੇ। ਔਰ ਚੱਲਣਾ ਹੋਵੇਗਾ, ਚਾਲਾ ਮਾਰਨਾ ਹੋਵੇਗਾ। ਪਹਿਲਾਂ ਤਨ ਦੇ ਵਿੱਚੋਂ ਜੀਵਾਤਮਾ ਨੇ, ਫਿਰ ਤਨ ਨੇ ਘਰ ਵਿੱਚੋਂ ਕਬਰ ਸ਼ਮਸ਼ਾਨ ਭੂਮੀ ਤੱਕ, ਫਿਰ ਉੱਥੋਂ ਚਾਲਾ ਮਾਰਨਾ। ਜੇ ਬਾਹਰੀ ਸੰਸਕਾਰ ਤੇ ਵੀ ਲਾ ਲਈਏ ਨਾ, ਤੇ ਉਹਦੇ ਹਿਸਾਬ ਨਾਲ ਲਾ ਲਓ ਕਿ ਪਹਿਲਾਂ ਸਰੀਰ ਵਿੱਚੋਂ ਆਤਮਾ ਗਿਆ, ਸਰੀਰ ਘਰ ਵਿੱਚੋਂ ਗਿਆ ਸ਼ਮਸ਼ਾਨ ਭੂਮੀ ਵਿੱਚ, ਉੱਥੇ ਇਹਦਾ ਅੰਤਮ ਕਿਰਿਆ ਕਰਮ ਸੰਸਕਾਰ ਕੀਤਾ। ਫਿਰ ਉਹ ਰਾਖ ਹੱਡੀਆਂ ਸਾਰੀਆਂ ਇਕੱਠੀਆਂ ਕੀਤੀਆਂ, ਉੱਥੋਂ ਵੀ ਉਹ ਵੀ ਜਗ੍ਹਾ ਖਾਲੀ ਕਰਨੀ। ਕਿਉਂ? ਕਿਤੇ ਦੇਰ ਹੋ ਜਾਏ ਨਾ ਤੇ ਪਿਛਲਾ ਮੁਰਦਾ ਜੇ ਕਿਸੇ ਦੇ ਡੈਥ ਹੋ ਜਾਵੇ, ਉਹ ਸੁਨੇਹਾ ਭੇਜ ਦਿੰਦੇ ਆ ਬਈ ਉਹ ਆਪਦੀ ਖਾਕ ਖੂਕ ਇਕੱਠੀ ਕਰ ਲਓ, ਅਸੀਂ ਉੱਥੇ ਸੰਸਕਾਰ ਕਰਨਾ ਹੈ। ਉਹ ਜਗ੍ਹਾ ਖਾਲੀ ਕਰੋ, ਖਾਲੀ ਕਰਨੀ ਪੈਣੀ ਉਹ ਵੀ। ਤੇ ਜਿਹੜੇ ਪਾਣੀ 'ਚ ਤੈਨੂੰ ਸਿੱਟ ਕੇ ਆਏ ਨਾ, ਉਹ ਵੀ ਉੱਥੇ ਨਹੀਂ, ਪਤਾ ਨਹੀਂ ਉਹ ਜਗ੍ਹਾ ਤੋਂ ਰੋੜ ਕੇ ਤੈਨੂੰ ਕਿੱਧਰ ਦੀ ਕਿੱਧਰ ਲੈ ਜਾਣਾ ਹੈ। ਤੇਰੀ ਜਗ੍ਹਾ ਕੋਈ ਨਹੀਂ, ਟਿਕਾਣਾ ਕੋਈ ਨਹੀਂ। ਅੱਜ ਕੇ ਕੱਲ ਤੈਨੂੰ ਇਸ ਸਫ਼ਰ ਦੇ ਵਿਧੀ ਗੁਜ਼ਰਨਾ ਪੈਣਾ ਹੈ। ਉਹਦੇ ਨਾਲੋਂ ਪਹਿਲਾਂ ਬੰਦਗੀ ਕਰ ਲੈ, ਦਿਨ ਤੇਰੇ ਤੇ ਆਵੇ। ਇਬਾਦਤ ਕਰ, ਬੰਦਗੀ ਕਰ ਮਾਲਕ ਦੀ। ਮਹਾਰਾਜ ਕਹਿੰਦੇ ਫਰੀਦਾ ਮੌਤੇ ਦਾ ਬੰਨਾ ਏਵੈ ਦਿਸੈ, ਜਿਉ ਦਰਿਆਵੇ ਢਾਹਾ। ਕਹਿੰਦੇ ਮੌਤ ਦਾ ਕਿਨਾਰਾ, ਮੌਤ ਦਾ ਬੰਨਾ, ਬੰਨੇ ਦਾ ਅਰਥ ਹੈ ਕਿਨਾਰਾ। ਔਰ ਉਹ ਬੰਨਾ ਐਉਂ ਦਿਸਦਾ ਹੈ। ਕਿਹੋ ਜਿਹਾ ਦਿਸਦਾ ਮੌਤ ਵਾਲਾ ਪਾਸਾ? ਕਹਿੰਦੇ ਜਿਵੇਂ ਦਰਿਆ ਦਾ ਕਿਨਾਰਾ ਹੋਵੇ ਤੇ ਉਹਨੂੰ ਢਾਹਾ, ਦਰਿਆ ਢਾਉਂਦਾ ਹੈ ਰੋਜ਼, ਥੋੜਾ ਥੋੜਾ ਉਹਨੂੰ ਖੋਰਦਾ ਹੈ। ਤੇ ਦਰਿਆਵਾਂ ਦੇ ਵਹਿਣ ਹੁੰਦੇ ਨੇ। ਸਿਆਣੇ ਵਿਦਵਾਨ ਬਜ਼ੁਰਗ ਦੱਸਦੇ ਨੇ ਕਿ ਜਿੱਧਰ ਨੂੰ ਥੋੜੀ ਥੋੜੀ ਇਹ ਖੋਰ ਪਾਉਣ ਲੱਗ ਪਏ ਨਾ, ਤੇ ਕਦੇ ਦਰਿਆ ਬਠਿੰਡੇ ਵਾਲੇ ਕਿਲੇ ਨਾਲ ਵਗਦਾ ਸੀ, ਤੇ ਕਦੇ ਇਸ ਜਗ੍ਹਾ ਤੇ ਵੀ ਵਗਦਾ ਸੀ। ਤੇ ਉਹ ਪਿੱਛੇ ਹਟਦਾ ਹਟਦਾ ਉਧਰ ਖੋਰਦਾ ਗਿਆ, ਇਧਰੋਂ ਛੱਡਦਾ ਗਿਆ। ਅੱਜ ਕਿੱਥੇ ਚਲਾ ਗਿਆ? ਮਹਾਰਾਜ ਸਾਹਿਬ ਕਹਿੰਦੇ ਦਰਿਆ ਜਿਵੇਂ ਢਾਹਾ ਢਾਉਂਦਾ ਜਾਂਦਾ ਹੈ, ਖੋਰਦਾ ਜਾਂਦਾ ਹੈ। ਕਹਿਣ ਲੱਗੇ ਮੌਤ ਵੀ ਜਿਹੜੀ ਹੈ ਨਾ, ਮੌਤ ਵਾਲਾ ਕਿਨਾਰਾ ਐਉਂ ਹੀ ਜਿਵੇਂ ਪਤਾ ਨਹੀਂ ਲੱਗਦਾ, ਥੋੜਾ ਥੋੜਾ ਖੋਰਦਾ ਹੈ। ਔਰ ਮੌਤ ਤੈਨੂੰ ਰੋਜ਼ ਥੋੜਾ ਥੋੜਾ ਮਾਰਦੀ ਆ, ਥੋੜਾ ਥੋੜਾ ਤੈਨੂੰ ਘਟਾਉਂਦੀ ਹੈ, ਥੋੜਾ ਥੋੜਾ ਤੇਰੇ ਵੱਲ ਨੂੰ ਵੱਧਦੀ ਜਾਂਦੀ। ਤੇਰੇ ਸਵਾਸਾਂ ਨੂੰ ਕਦੇ ਮਕਾਉਂਦੀ, ਕਦੇ ਸਮਾਂ ਮਕਾਉਂਦੀ, ਤੇਰੇ ਨੇੜੇ ਆਉਂਦੀ ਜਾਂਦੀ ਆ। ਇੱਕ ਦਿਨ ਖੀਰਲਾ ਸਵਾਸ, ਖੀਰਲਾ ਸਮਾਂ ਆਵੇਗਾ, ਜਿਵੇਂ ਇੱਕੇ ਔਰ ਪਾਣੀ ਦੀ ਹਵਾ ਨਾਲ, ਔਰ ਹਵਾ ਪਾਣੀ ਦੇ ਨਾਲ, ਔਰ ਉਹ ਥੋੜੀ ਜਿਹੀ ਮਿੱਟੀ ਰਹਿ ਜਾਂਦੀ, ਖੋਰ ਕੇ ਅੱਗੇ ਨੂੰ ਟੁਰ ਜਾਂਦਾ ਹੈ। ਕਹਿਣ ਲੱਗੇ ਜੀਵਾਤਮਾ ਖੀਰਲਾ ਸਵਾਸ ਸਮਾਂ ਆਵੇਗਾ, ਉਦੋਂ ਜੀਵਾਤਮਾ ਇਸ ਤਨ ਦੇ ਵਿੱਚੋਂ ਨਿਕਲ ਜਾਵੇਗਾ। ਤੇ ਜਦੋਂ ਤਨ ਵਿੱਚੋਂ ਨਿਕਲਿਆ, ਕਹਿੰਦੇ ਅੱਗੇ ਦੋਜਕ ਤਪਿਆ ਸੁਣੀਏ, ਜਿਨਨੇ ਇੱਥੇ ਕਰਮ ਨਹੀਂ ਨਾ ਕਮਾਏ। ਅਗਲਾ ਪਾਸਾ ਜਦੋਂ ਤਨ ਨੂੰ ਤਿਆਗਿਆ ਤੇ ਤੁਰਿਆ, ਦੋਜਕ ਕਹਿੰਦੇ ਜਿਹਨੂੰ ਆਪਾਂ ਨਰਕ ਕਹਿੰਦੇ, ਇਸਲਾਮੀ ਮੱਤ ਚ ਉਹਨੂੰ ਦੋਜਕ ਕਹਿੰਦੇ ਨੇ। ਆਪਾਂ ਕਹਿੰਦੇ ਕੁੰਭੀ ਨਰਕ ਹੈ, ਬੜੇ ਦੁਖਦਾਇਕ ਨੇ। ਔਰ ਕਹਿੰਦੇ ਅੱਗੇ ਦੋਜਕ ਤਪਿਆ ਜਿਹੜਾ ਨਾ, ਇਹ ਪੋਲੇ ਪਾਠੇ ਤਪਿਆ। ਤਪੇ ਦਾ ਅਰਥ ਹੈ ਜਿਵੇਂ ਕੋਈ ਚੀਜ਼ ਆਪਾਂ ਕਹਿੰਦੇ ਬੜੀ ਤਪੀ ਪਈ ਆ। ਕਹਿੰਦੇ ਦੋਜਕਾਂ ਦੀ ਅੱਗ ਨਾਲ ਦੋਜਕ ਬੜਾ ਤਪਿਆ ਹੋਇਆ ਹੈ, ਉਹਦੇ ਕੋਲ ਜਾਏਗਾ ਤੈਨੂੰ ਝੁਲਸ ਕੇ ਰੱਖ ਦੇਵੇਗਾ, ਸਜ਼ਾ ਹੈ ਤੇਰੀ। ਉਹਦੇ ਅੱਗ ਦੇ ਵਿੱਚ ਲੰਘਣਾ ਪਏਗਾ। ਅੱਗੇ ਦੋਜਕ ਤਪਿਆ ਸੁਣੀਏ, ਉਹ ਸੁਣਿਆ ਜਾਂਦਾ ਹੈ, ਸੁਣਿਆ ਕਿ ਅੱਗੇ ਦੋਜਕਾਂ ਦੀ ਅਗਨ ਸਾੜਦੀ ਪਈ ਆ। ਔਰ ਮਹਾਰਾਜ ਸਾਹਿਬ ਕਹਿੰਦੇ ਹੂਲ ਪਵੈ ਕਹਿ ਹਾਹਾ। ਹੂਲ ਦਾ ਅਰਥ ਇੱਕ ਵਿਦਵਾਨਾਂ ਨੇ ਕੀਤਾ ਦਰਦ, ਔਰ ਦੂਜਾ ਕਿਹਾ ਹੈ ਰੌਲਾ। ਤੇ ਉਹ ਦੋਵੇਂ ਅਰਥ ਬਿਲਕੁਲ ਸਹੀ ਨੇ। ਜਦੋਂ ਦਰਦ ਹੁੰਦੀ ਹੈ ਤੇ ਰੌਲਾ ਤਾਂ ਹੀ ਪੈਂਦਾ ਹੈ ਨਾ, ਚੀਕਾਂ ਤਾਂ ਹੀ ਨਿਕਲਦੀਆਂ ਨਾ। ਜਦੋਂ ਦੋਜਕ ਦੀ ਅਗਨੀ ਸਾੜਦੀ ਆ, ਫਿਰ ਜੀਵ
ਪੀੜਾ ਦੇ ਨਾਲ ਤੜਫਦਾ ਹੈ, ਹਾਹਾਕਾਰ ਮਚ ਜਾਂਦੀ ਏ ਉੱਥੇ। ਮਹਾਰਾਜ ਕਹਿੰਦੇ ਹੂਲ ਪਵੈ ਕਾ ਹਾਹਾ। ਜਦੋਂ ਇਹ ਹਾਹਾਕਾਰ ਮਚੀ, ਇਹ ਗੱਲ ਨੂੰ ਸਿਆਣਿਆਂ ਨੇ ਵਿਚਾਰਿਆ। ਫਿਰ ਕਹਿੰਦੇ ਇੱਕ ਨਾ ਨੂੰ ਸਭ ਸੋਝੀ ਆਈ। ਇੱਕ ਉਹ ਨੇ ਸੰਸਾਰ ਵਿੱਚ, ਉਹਨਾਂ ਨੂੰ ਗੱਲ ਸਾਰੀ ਸਮਝ ਆ ਗਈ ਕਿ ਦੁਨੀਆ ਦੇ ਲੋਗੋ ਕੁਝ ਕਰ ਲਓ, ਪੱਲੇ ਬੰਨ ਲਓ, ਇਹ ਦੋਜ਼ਖ ਦੀ ਅਗਨੀ ਮਚਾ ਨਾ ਸਕੇ। ਦੁੱਖ ਜਿਹੜੇ ਆ ਸਾਨੂੰ ਵਿਚਾਲੇ ਦਗਦ ਨਾ ਕਰ ਸਕਣ, ਅਸੀਂ ਮਾਲਕ ਤੱਕ ਪਹੁੰਚ ਸਕੀਏ। ਇੱਕ ਨਾ ਨੂੰ ਸਭ ਸੋਝੀ ਆਈ। ਜਿਨ੍ਹਾਂ ਨੂੰ ਸੋਝੀ ਆਈ ਉਹ ਨਾਮ ਜਪਦੇ, ਸੇਵਾ ਕਰਦੇ, ਸਿਮਰਨ ਕਰਦੇ। ਮਹਾਰਾਜ ਕਹਿੰਦੇ ਔਰ ਇੱਕ ਜਿਹੜੇ ਨੇ, ਇੱਕ ਨਾ ਨੂੰ ਸੋਝੀ ਆ ਗਈ ਆ ਤੇ ਇੱਕ ਫਿਰਦੇ ਬੇਪਰਵਾਹ, ਉਹਨਾਂ ਨੂੰ ਸਮਝ ਕੋਈ ਨਹੀਂ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਆ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਅੱਗੇ ਕਿਸੇ ਨੇ ਵੇਖਿਆ? ਕਹਿੰਦੇ ਅੱਗਾ ਕਿਸੇ ਨੇ ਵੇਖਿਆ? ਸੱਜਣੋ ਇਹ ਬਿਲਕੁਲ ਸੱਚ ਜੇ ਅੱਗਾ ਨਹੀਂ ਨਾ ਹੈਗਾ, ਸਾਨੂੰ ਇਹ ਵੀ ਮੰਨਣਾ ਪਏਗਾ ਵੀ ਮੌਤ ਵੀ ਕੋਈ ਨਹੀਂ ਗੀ। ਕਿਉਂ? ਮੌਤ ਤਾਂ ਆ ਜੇ ਤਨ ਵਿੱਚੋਂ ਕੁਝ ਨਿਕਲਦਾ ਹੈ, ਤੇ ਤਨ ਵਿੱਚੋਂ ਕੁਝ ਜੇ ਨਿਕਲਦਾ ਹੈ ਉਹ ਜਾਂਦਾ ਕਿੱਥੇ ਹੈ? ਇਹਦੇ ਵਿੱਚੋਂ ਕੁਝ ਨਿਕਲਦਾ ਹੈ। ਅਮਰੀਕਨ ਜਿਹੜੇ ਸਾਇੰਸਦਾਨ ਨੇ ਨਾ, ਉਹਨਾਂ ਨੇ ਇਹ ਹਿਸਾਬ ਲਾ ਲਿਆ ਬਈ ਮਨੁੱਖ ਕਿੰਨਾ ਕੁ ਚਿਰ ਜੀਵੇਗਾ। ਅਨੁਮਾਨ ਲਾਇਆ ਉਹਨਾਂ, 2 ਬੰਦੇ ਜਦੋਂ ਮਰਨ ਦੇ ਕਿਨਾਰੇ ਆ ਗਏ ਨਾ, ਉਹਨਾਂ ਸ਼ੀਸ਼ੇ ਦੇ ਵਿੱਚ ਪਾ ਦਿੱਤੇ, ਸ਼ੀਸ਼ੇ ਦੇ ਵਿੱਚ, ਔਰ ਉਹਦਾ ਬਾਕਸ ਬਣਾ ਕੇ ਆਲੇ ਉਦਾਲੇ ਬੈਠ ਗਏ, ਔਰ ਉਹਦਾ ਤਜਰਬਾ ਕਰਨ ਵਾਸਤੇ, ਜਿਹਨੂੰ ਪੜ੍ਹੇ ਲਿਖੇ ਕਹਿ ਦਿੰਦੇ ਐਕਸਪੈਰੀਮੈਂਟ ਕਰਨ ਵਾਸਤੇ, ਔਰ ਬੈਠ ਗਏ। ਇੱਕ ਜਿਹੜਾ ਹੈ, ਜਦੋਂ ਜੀਵ ਇੱਕ ਥੋੜਾ ਜਿਹਾ ਚਿਰ ਪਹਿਲਾਂ ਤੜਫ ਕੇ ਸ਼ਾਂਤ ਹੋਇਆ ਤੇ ਉਹਦੇ ਬਕਸੇ ਨੂੰ ਤਰੇੜ ਆ ਗਈ, ਉਹਦੇ ਵਿੱਚੋਂ ਕੁਝ ਤਰੇੜ ਆਈ ਤੇ ਹਵਾ ਵਾਂਗ ਕੁਝ ਵਸਤੂ ਨਿਕਲੀ। ਹੈਰਾਨ ਹੋ ਗਏ ਸਾਇੰਸਦਾਨ, ਕਹਿਣ ਲੱਗੇ ਕਮਾਲ ਦੀ ਗੱਲ ਹੈ, ਮਨੁੱਖ ਵਿੱਚ ਐਸੀ ਕੋਈ ਚੀਜ਼ ਹੈ ਜਿਹੜੀ ਬਾਹਰ ਨਿਕਲਦੀ? ਕਹਿੰਦੇ ਦੂਜੇ ਦੇ ਸਰੀਰ ਵਿੱਚੋਂ ਜਦੋਂ ਪ੍ਰਾਣ ਜੁਦਾ ਹੋਏ ਤੇ ਦੂਜੇ ਦਾ ਬਕਸਾ ਫੁੱਟਿਆ, ਇੱਕ ਮਾਮੂਲੀ ਜਿਹੇ ਹਰੇ ਰੰਗ ਦੀ ਹਵਾ ਦੀ ਵਿੱਚੋਂ ਨਿਕਲਦੀ ਉਹਨਾਂ ਨੂੰ ਦਿਖਾਈ ਦਿੱਤੀ, ਜੋ ਸਾਇੰਸਦਾਨਾਂ ਨੇ ਮੰਨਿਆ। ਤੇ ਅੱਗੇ ਵਿਦਵਾਨਾਂ ਨੇ ਲਿਖਿਆ, ਮੈਂ ਉਹ ਗੱਲ ਆਪ ਨਾਲ ਸਾਂਝੀ ਕਰ ਰਿਹਾ। ਔਰ ਦੋਨਾਂ ਵਿੱਚੋਂ ਜਦੋਂ ਇਹ ਗੱਲ ਨਿਕਲੀ ਤੇ ਸਾਇੰਸਦਾਨਾਂ ਨੂੰ ਸਿਰ ਝੁਕਾਉਣਾ ਪਿਆ। ਮਨੁੱਖ ਦੇ ਅੰਦਰ ਕੋਈ ਚੀਜ਼ ਹੈ ਜਿਹੜੀ ਨਿਕਲ ਕੇ ਬਾਹਰ ਜਾਂਦੀ ਆ, ਇਹਦੇ 'ਚ ਮੌਤ ਹੁੰਦੀ ਆ, ਉਹਨਾਂ ਨੂੰ ਵੀ ਮੰਨਣਾ ਪਿਆ। ਔਰ ਜੇ ਬਾਹਰ ਜਾਂਦੀ ਏ ਤੇ ਅੱਗੇ ਵੀ ਜਾਂਦੀ ਏ, ਉਹ ਕਿਦਿਓਂ ਆਉਂਦੀ ਏ ਕਿਤੇ ਜਾਂਦੀ ਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਗੱਲ ਨੂੰ ਮੰਨਦੇ ਆ, ਪਰ ਅੱਜ ਦਾ ਕੁਝ ਪ੍ਰਚਾਰਕ, ਕੁਝ ਸਿੱਖ ਮੰਨਣ ਨੂੰ ਤਿਆਰ ਨਹੀਂ। ਸਤਿਗੁਰੂ ਕਹਿੰਦੇ ਨੇ, ਮਹਾਰਾਜ ਕਹਿੰਦੇ ਜਿਨ ਤੁਮ ਭੇਜਿਆ ਕਿੱਥੋਂ ਜਾਂਦਾ? ਆਪਾਂ ਇੱਥੇ ਬੈਠੇ ਨਾ, ਆਪਾਂ ਕਿਸੇ ਨੂੰ ਭੇਜਦੇ ਜਾ ਫਲਾਣੇ ਥਾਂ ਤੇ ਚਲਿਆ ਜਾ, ਜਾਂ ਬਰਨਾਲੇ ਚਲਿਆ ਜਾ ਫਲਾਨੀ ਜਗ੍ਹਾ ਤੇ ਉਹ ਨਾ ਆਵੇ, ਫਿਰ ਆਪਾਂ ਨੂੰ ਬੁਲਾਵਾ ਭੇਜਦੇ, ਫੋਨ ਕਰਦੇ, ਉਹ ਆ ਜਾ ਵਾਪਸ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਉਸੇ ਨੇ ਬੁਲਾਵਾ ਭੇਜਿਆ, ਜਿਨੇ ਇੱਥੋਂ ਭੇਜਿਆ ਜਾ ਚਲਾ ਜਾ, ਉਹਨੂੰ ਹੀ ਕਿਹਾ ਹੁਣ ਤੂੰ ਵਾਪਸ ਆ ਜਾ। ਫਿਰ ਜਿੱਥੇ ਜਾ ਕੇ ਠਹਿਰਨਾ ਉਹ ਵੀ ਤਾਂ ਕੋਈ ਜਗ੍ਹਾ ਹੈ ਨਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਖੈਰ ਮਿਹਰ ਕਰਦੇ ਨੇ ਸੱਜਣਾ, ਉਹ ਬੇਪਰਵਾਹ ਲੋਕ ਫਿਰਦੇ ਨੇ ਅਗਿਆਨ ਦੇ ਵਿੱਚ, ਜਿਹੜੇ ਇਸ ਤਰ੍ਹਾਂ ਬੇਪਰਵਾਹੀਆਂ ਵਿੱਚ ਜੀਵਨ ਗੁਜ਼ਾਰਦੇ, ਗੁਸਤਾਖੀਆਂ ਕਰਦੇ। ਮਹਾਰਾਜ ਕਹਿੰਦੇ ਉਹਨਾਂ ਦੇ ਵਾਸਤੇ ਅੱਗੇ ਦੋਜ਼ਖ ਹੈ, ਉਹ ਦੋਜ਼ਖ ਦੀ ਅਗਨੀ ਵਿੱਚ ਸੜਨਗੇ। ਅਮਲ ਜੇ ਕੀਤਿਆ ਦੁਨੀ ਵਿੱਚ, ਅਮਲ ਦਾ ਅਰਥ ਇੱਥੇ ਆ ਕਰਮ। ਜਿਹੜੇ ਕਰਮ ਦੁਨੀਆ ਦੇ ਵਿੱਚ ਰਹਿ ਕੇ, ਸਰੀਰ ਵਿੱਚ ਰਹਿ ਕੇ ਕੀਤੇ, ਜਾਂ ਵੇਹੇ ਕਰਮ ਕਮਾਵਦਾ ਤਾਂ ਵੇਹੇ ਫਲਤੇ, ਚੱਬੇ ਤੱਤਾ ਲੋ ਸਾਰ ਵਿੱਚ ਸੰਗੇ ਪਲਤੇ, ਘੱਤ ਗਲਾਵਾ ਚਾਲਿਆ ਤਿਨ ਦੂਤ ਅਮਲ ਤੇ, ਕਾਈ ਆਸ ਨਾ ਪੁੰਨੀਆਂ ਪਰ ਮਲ ਹਿਰਤੇ। ਪਰਾਈ ਮੈਲ ਇਕੱਠੀ ਕਰਦਾ ਰਿਹਾ, ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਈ ਸਾਈਂ ਦੇ ਦਰਬਾਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਪਰਮਾਤਮਾ ਦੇ ਕੁਝ ਨੇੜੇ ਚਲੇ ਗਏ। ਇਹ ਜਿਹੜੇ ਬੇਪਰਵਾਹ ਇਹ ਦੂਰ ਹੋ ਗਏ।
ਇਹ ਦੁਨੀ ਵਿੱਚ ਕੀਤੇ ਜਿਹੜੇ ਕੰਮ ਸੀ ਨਾ, ਸੇ ਦਰਗਹ ਹੈ, ਪਰਮਾਤਮਾ ਦੀ ਦਰਗਾਹ ਵਿੱਚ, ਪਰਮਾਤਮਾ ਦੀ ਕਚਹਿਰੀ ਵਿੱਚ। ਮਹਾਰਾਜ ਤਾਂ ਕਹਿੰਦੇ, ਬਾਬਾ ਫਰੀਦ ਸਾਹਿਬ ਵੀ ਕਹਿੰਦੇ, ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ, ਭਗਤ ਵੀ ਕਹਿੰਦੇ, ਬਈ ਕੋਈ ਅੱਗੇ ਦਰਗਾਹ ਹੈ? ਤੇ ਅਸੀਂ ਕਹਿੰਦੇ ਨਹੀਂ, ਕੋਈ ਨਹੀਂ ਜੀ, ਇਹੀ ਹੈ ਸਭ ਕੁਝ, ਇੱਥੇ ਹੀ ਹੈ, ਫਿਰ ਕੋਈ ਅੱਗਾ ਨਹੀਂ। ਫਿਰ ਕੋਈ ਇਹ ਵੀ ਮੰਨਣਾ ਪਏਗਾ ਕੋਈ ਸੂਖਮ ਨਹੀਂ। ਜੇ ਸੂਖਮਤਾ ਹੈ, ਸਤਿਗੁਰੂ ਹੈ, ਸ਼ਬਦ ਸਰੂਪ ਹੈ, ਫਿਰ ਜਿਹੜਾ ਇਹ ਕਹਿੰਦਾ ਅੱਗੇ ਦਰਗਾਹ ਕੋਈ ਨਹੀਂ, ਤੇ ਉਹ ਇੱਕ ਦਿਨ ਇਹ ਵੀ ਕਹੇਗਾ ਧੁਰ ਵੀ ਕੋਈ ਨਹੀਂ ਗਾ, ਤੇ ਧੁਰ ਦਰਗਾਹ ਹੀ ਕਹਿੰਦੇ ਆ ਨਾ, ਤੇ ਉਹ ਵੀ ਕਹੇਗਾ ਧੁਰ ਦਰਗਾਹੋਂ ਬਾਣੀ ਨਹੀਂ ਆਈ। ਉਹ ਇੱਥੇ ਨਾਸਤਿਕਤਾ 'ਚ ਪਹੁੰਚ ਜਾਏਗਾ। ਖੈਰ, ਗੁਰੂ ਕਿਰਪਾ ਕਰੇ। ਮਹਾਰਾਜ ਸਾਹਿਬ ਕਹਿੰਦੇ ਨੇ, ਔਰ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹ ਹੈ। ਉਹ ਗਾਹਾ ਦਰਗਾਹ ਦੇ ਵਿੱਚ, ਰੱਬ ਦੀ ਨਿਆਏ ਸਭਾ ਦੇ ਵਿੱਚ, ਜਿੱਥੇ ਤੇਰਾ ਲੇਖਾ ਜੋਖਾ ਹੋਣਾ ਹੈ, ਜਿਹੜੇ ਤੇਰੇ ਕਰਮ ਕੀਤੇ ਆ ਨਾ, ਉੱਥੇ ਗਵਾਹ ਬਣ ਕੇ ਖਲੋਣਗੇ, ਤੇਰੀ ਗਵਾਹੀ ਹੋਵੇਗੀ ਬਈ ਆਹ ਕੁਝ ਇਹਨੇ ਕੀਤਾ, ਉਹਦੇ ਮੁਤਲਕ ਤੇਰੇ ਜੀਵਨ ਦਾ ਲੇਖਾ ਜੋਖਾ ਹੋਵੇਗਾ। ਇਹ ਬਾਬਾ ਫਰੀਦ ਸਾਹਿਬ ਨੇ ਕਿਹਾ, ਮਨੁੱਖ ਸੰਸਾਰ ਵਿੱਚ ਆਇਆ, ਚੰਗੇ ਕੰਮ ਕਰ, ਉਹ ਕਰਮ ਕਰ ਜਿਹਦੇ ਨਾਲ ਤੇਰਾ ਜੀਵਨ ਸਵਰੇ, ਜਿਹਦੇ ਨਾਲ ਤੇਰਾ ਪਰਿਵਾਰ ਸਵਰੇ, ਜਿਹਦੇ ਨਾਲ ਤੇਰਾ ਕਾਰੋਬਾਰ ਸਵਰੇ, ਜਿਹਦੇ ਨਾਲ ਤੇਰੇ ਪਰਿਵਾਰ ਦੀ ਇੱਜ਼ਤ ਆਬਰੂ ਵਿੱਚ, ਤੇਰੀ ਇੱਜ਼ਤ ਆਬਰੂ ਵਿੱਚ ਚਾਰ ਚੰਨ ਲੱਗਣ। ਉਹ ਤਾਂ ਲੱਗਣੇ ਜੇ ਤੂੰ ਰੱਬ ਵੱਲ ਨੂੰ ਤੁਰਿਆ, ਜਪਿਆ। ਜੇ ਰੱਬ ਦੇ ਨਾਮ ਅੱਗੇ, ਰੱਬ ਅੱਗੇ ਤੂੰ ਝੁਕ ਗਿਆ ਨਾ, ਤੇਰੇ ਅੱਗੇ ਲੋਕ ਝੁਕਣਗੇ। ਰੱਬ ਦੇ ਬਚਨਾਂ ਦੀ, ਰੱਬ ਦੀ ਉਸਤਤੀ ਤੂੰ ਕਰਨ ਲੱਗ ਪਿਆ, ਤੇਰੀ ਉਸਤਤੀ ਲੋਕ ਕਰਨਗੇ। ਅਗਰ ਜਿਹਦੇ ਮਨ ਅੰਦਰ ਕੁਝ ਹੋਰ, ਮੁਖ ਵਿੱਚ ਕੁਝ ਹੋਰ ਏ, ਉਹਦੀ ਨਿੰਦਾ ਹੀ ਹੁੰਦੀ ਏ। ਗੁਰੂ ਕਿਰਪਾ ਕਰੇ ਸਾਨੂੰ ਇਹ ਮਾਜਰਾ ਸਮਝ ਆ ਜਾਵੇ। ਗੁਰੂ ਕੇ ਬਚਨਾਂ ਨੂੰ ਹਿਰਦਿਆਂ 'ਚ ਵਸਾਈਏ, ਨਾਮ ਬਾਣੀ ਨਾਲ ਜੁੜੀਏ। ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਦੇ ਬਚਨ ਜਾਣ ਕੇ ਜੋ ਸੰਖੇਪ ਰੂਪ 'ਚ ਆਪ ਦੇ ਸਮਕਸ਼ ਵਿਚਾਰ ਰੱਖੀਏ ਔਰ ਹਿਰਦਿਆਂ 'ਚ ਵਸਾਵਨੇ। ਦਾਸ ਨੂੰ ਆਪ ਸੰਗਤ ਦੇ ਦਰ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।